ਸਾਈ ਚੈਨਲ 799 DM ਗਲੋਬਲ ਦੇ ਮਾਧਿਅਮ ਤੋਂ ਲੋਟਸ TV ਦੇਖ ਰਹੇ ਸਾਰੇ ਭੈਣਾਂ ਭਰਾਵਾਂ ਬੱਚਿਆਂ ਬਜ਼ੁਰਗਾਂ ਸਾਰੇ ਦਰਸ਼ਕਾਂ ਨੂੰ ਨਮੋ ਬੁੱਧਾ ਜੈ ਭੀਮ। ਸਾਥੀਓ, ਅੱਜ ਦਾ ਪ੍ਰੋਗਰਾਮ ਵੈਨਸਡੇ 22 ਜੂਨ ਦਾ ਪ੍ਰੋਗਰਾਮ ਲੈ ਕੇ ਐਕਸਕਿਊਜ਼ ਮੀ ਅਸੀਂ ਹਾਜ਼ਰ ਹੋਏ ਹਾਂ। ਲੋਟਸ TV ਜੋ ਕਿ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਹੈ। ਬੁੱਧਿਸਟ ਇੰਟਰਨੈਸ਼ਨਲ ਮੀਡੀਆ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਮੀਡੀਆ ਵਿੰਗ ਹੈ ਜੋ ਇਸ ਲੋਟਸ TV ਨੂੰ ਮੈਨੇਜ ਕਰ ਰਿਹਾ ਹੈਗਾ। ਇਸ ਚੈਨਲ 'ਤੇ ਲੋਟਸ TV 'ਤੇ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਮਹਿਮਾਨ ਮੇਰੇ ਨਾਲ ਹੋਣਗੇ ਦੇਵਲਾਲ ਸੁਮਨ ਜੀ। ਸਭ ਤੋਂ ਪਹਿਲਾਂ ਮੈਂ ਸੁਮਨ ਜੀ ਦਾ ਵੈਲਕਮ ਕਰਨਾ ਚਾਹੂँਗਾ। ਸੁਮਨ ਜੀ, ਆਪ ਜੀ ਦਾ ਲੋਟਸ TV 'ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੀਰ ਜੀ ਸਾਹਿਬ। UK, ਯੂਰਪ ਅਤੇ ਦੁਨੀਆ ਭਰ ਦੇ ਵਿੱਚ DM ਗਲੋਬਲ ਦੇ ਮਾਧਿਅਮ ਤੋਂ ਲੋਟਸ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮੋ ਬੁੱਧਾ ਜੈ ਭੀਮ ਜੈ ਭਾਰਤ। ਸਾਥੀਓ, ਅੱਜ ਦਾ ਖਾਸ ਪ੍ਰੋਗਰਾਮ ਲੋਟਸ TV 'ਤੇ ਇੱਕ ਸਪੈਸ਼ਲ ਥੀਮ, ਸਪੈਸ਼ਲ ਫਿਲਾਸਫੀ ਨੂੰ ਅਸੀਂ ਡਿਸਕਸ ਕਰਾਂਗੇ। ਬਾਬਾ ਸਾਹਿਬ ਨੇ, ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਆਪਣੇ ਸਮਾਜ ਲਈ, ਬਹੁਜਨ ਸਮਾਜ ਲਈ, ਭਾਰਤ ਵਰਸ਼ ਲਈ, ਸਾਰੇ ਇੰਡੀਆ ਲਈ ਬਹੁਤ ਯੋਗਦਾਨ ਕੀਤਾ। ਬਹੁਤ ਕੰਟਰੀਬਿਊਸ਼ਨ ਉਹਨਾਂ ਦਾ ਦੇਸ਼ ਦੀ ਤਰੱਕੀ ਦੇ ਵਿੱਚ, ਔਰਤ ਜਾਤੀ ਲਈ, ਦੱਬੇ ਕੁਚਲੇ ਲੋਕਾਂ ਲਈ, ਹਰ ਇਨਸਾਨ ਲਈ, ਹਰ ਪੁਰਸ਼, ਹਰ ਔਰਤ ਵਾਸਤੇ ਬਾਬਾ ਸਾਹਿਬ ਨਾਲ ਬਹੁਤ ਯੋਗਦਾਨ ਹੈਗਾ। ਔਰ ਬਾਬਾ ਸਾਹਿਬ ਨੇ ਇਕੱਲੇ ਸਾਡੇ ਇੱਕ ਪਹਿਲੂ ਦੇ ਵਿੱਚ, ਸਾਡੀ ਲਾਈਫ ਦੇ ਇੱਕ ਪਹਿਲੂ ਵਿੱਚ ਹੀ ਯੋਗਦਾਨ ਨਹੀਂ ਪਾਇਆ। ਉਹਨਾਂ ਨੇ ਸਾਡੀ ਸਿੱਖਿਆ ਬਾਰੇ, ਸਾਡੇ ਦਮ ਬਾਰੇ ਸਾਨੂੰ ਗਾਈਡ ਕੀਤਾ ਹੈ, ਸਾਨੂੰ ਹੱਕ ਲੈ ਕੇ ਦਿੱਤੇ ਆ, ਸੰਵਿਧਾਨ ਦੇ ਕੇ ਸਾਡੇ ਹੱਕ ਜੋ ਰਾਈਟਸ ਹੈਗੇ ਪ੍ਰੋਟੈਕਟ ਕੀਤੇ ਹੈਗੇ ਆ। ਇਸੇ ਤਰ੍ਹਾਂ ਸਮਾਜ ਬਾਰੇ ਬਾਬਾ ਸਾਹਿਬ ਇੱਕ ਬਹੁਤ ਵੱਡੇ ਵਿਦਵਾਨ ਹੋਏ ਹੈਗੇ ਆ। ਉਹਨਾਂ ਦੀ ਸੋਚ ਉਸ ਟਾਈਮ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਆਉਣ ਵਾਲੇ 1000 ਸਾਲ ਤੱਕ ਕੀ ਹੋਣ ਵਾਲਾ, ਕੀ ਚੇਂਜਿਸ ਆਉਣਗੀਆਂ, ਕੀ ਡਿਵੈਲਪਮੈਂਟਸ ਹੋਏਗੀ, ਉਹਦੇ ਬਾਰੇ ਉਹਨਾਂ ਦੀ ਸੋਚ ਉੱਥੇ ਤੱਕ ਜਾਂਦੀ ਸੀ। ਉਹ ਕੋਈ ਅੰਤਰਜਾਮੀ ਨਹੀਂ ਸੀ, ਉਹ ਜੰਤਰੀ ਦੇਖ ਕੇ ਨਹੀਂ ਕੋਈ ਦੱਸਦੇ ਸੀ। ਉਹਨਾਂ ਦਾ ਬ੍ਰੇਨ ਇੰਨਾ ਡਿਵੈਲਪ ਸੀਗਾ, ਉਹਨਾਂ ਦਾ ਮਾਈਂਡ ਇੰਨਾ ਡਿਵੈਲਪ ਸੀਗਾ, ਉਹ ਦੂਰ ਦੇ ਬੜੇ ਆਉਣ ਵਾਲੇ ਸਮੇਂ ਤੱਕ ਦੇਖ ਲੈਂਦੇ ਸੀ। ਆਉਣ ਵਾਲੇ 100 ਸਾਲ ਤੱਕ, 500 ਸਾਲ ਤੱਕ, 1000 ਸਾਲ ਤੱਕ ਕਿੱਦਾਂ ਦੀ ਸਿਚੁਏਸ਼ਨ ਦੁਨੀਆ 'ਤੇ ਆਵੇਗੀ, ਕਿੱਦਾਂ ਦੀ ਸਿਚੁਏਸ਼ਨ ਭਾਰਤ ਵਿੱਚ ਆ ਗਏ, ਉਹਨੂੰ ਮੁੱਖ ਰੱਖ ਕੇ ਸਾਰਾ ਆਪਣਾ ਕੰਮ ਕਾਰ ਜੋ ਵਿਚਾਰ ਦਿੰਦੇ ਸੀ। ਇਸੇ ਤਰ੍ਹਾਂ ਬਾਬਾ ਸਾਹਿਬ ਨੇ ਜੋ ਉਹਨਾਂ ਦੀ ਸੋਸ਼ਲ ਫਿਲਾਸਫੀ ਕੀ ਸੀ, ਉਹ ਕਿੱਦਾਂ ਦਾ ਸਮਾਜ ਭਾਰਤ ਦੇ ਵਿੱਚ, ਦੁਨੀਆ ਦੇ ਵਿੱਚ, ਖਾਸ ਕਰਕੇ ਭਾਰਤ ਦੇ ਵਿੱਚ ਕਿੱਦਾਂ ਦਾ ਸਮਾਜ ਦੀ ਸੰਰਚਨਾ ਓਰੀਜਨ ਦੇਖਣਾ ਚਾਹੁੰਦੇ ਸੀ। ਕਿੱਦਾਂ ਦਾ ਸਮਾਜ ਜਿਹਦੇ ਵਿੱਚ ਭਾਈਚਾਰਾ ਹੋਵੇ, ਤੇ ਪਿਆਰ ਹੋਵੇ, ਇਕੁਐਲਿਟੀ, ਲਿਬਰਟੀ, ਫਰਟਰਨਿਟੀ ਹੋਵੇ, ਕਿਸ ਤਰ੍ਹਾਂ ਦੀਆਂ ਭਾਵਨਾ ਹੋਵੇ, ਉਹਨਾਂ ਦੀ ਸੋਚ ਕਿਹੜੀ ਸੀ। ਬਾਬਾ ਸਾਹਿਬ ਭਾਰਤ ਨੂੰ ਇੱਕ ਜਿੱਦਾਂ ਆਪਾਂ ਕਹਿੰਦੇ ਬੁੱਧਮਈ ਭਾਰਤ ਦੇਖਣਾ ਚਾਹੁੰਦੇ ਸੀ। ਇਸ ਤਰ੍ਹਾਂ ਕਿੱਦਾਂ ਦਾ ਸਮਾਜ ਦੀ ਸਿਰਜਣਾ ਬਾਬਾ ਸਾਹਿਬ ਕਰਨਾ ਚਾਹੁੰਦੇ ਸੀ। ਸੁਮਨ ਜੀ, ਅਗਰ ਪੁਰਾਣੇ ਟਾਈਮ ਤੋਂ ਅਸੀਂ ਦੇਖਦੇ ਹਾਂ ਕਿ ਸਮਾਜ ਦੀਆਂ 2 ਤਰ੍ਹਾਂ ਦੀਆਂ ਮੇਨ ਸਕੂਲਸ, ਟੂ ਡਿਫਰੈਂਟ ਸਕੂਲਸ ਹੈਗੇ ਆ, ਜਿਹਨੂੰ ਅਸੀਂ ਕਹਿ ਸਕਦੇ ਹਾਂ ਮੋਟੇ ਸ਼ਬਦਾਂ ਵਿੱਚ, ਇੱਕ ਤਾਂ ਮਾਨਵਵਾਦੀ ਸਮਾਜ ਹੈ, ਵਿਅਕਤੀਵਾਦ ਦਾ ਸਮਾਜ ਹੈਗਾ, ਇੱਕ ਸਮਾਜਵਾਦੀ, ਜਿਵੇਂ ਇੰਡੀਵਿਜੂਅਲਿਸਟਿਕ ਸੋਸਾਇਟੀ ਐਂਡ ਦਾ ਸੋਸ਼ਲਿਸਟਿਕ ਸੋਸਾਇਟੀ। ਬਾਬਾ ਸਾਹਿਬ ਦੇ ਆਪਾਂ ਜੋ ਉਹਨਾਂ ਦੇ ਥਾਟਸ ਔਨ ਸੋਸ਼ਲ ਰੈਵੋਲਿਊਸ਼ਨ ਜਾਂ ਸੋਸ਼ਲ ਆਸਪੈਕਟ 'ਤੇ ਆਉਣ ਤੋਂ ਪਹਿਲਾਂ ਮੈਂ ਚਾਹੂੰਗਾ ਵੀ ਸਾਡੇ ਜੋ ਦਰਸ਼ਕ ਹੈਗੇ ਲੋਟਸ TV ਦੇਖ ਰਹੇ, ਉਹਨਾਂ ਨੂੰ ਇਸ ਬਾਰੇ ਜਾਣਨਾ ਪਾਓ ਵੀ ਜੋ ਮਾਨਵਵਾਦੀ ਜਾਂ ਇੰਡੀਵਿਜੂਅਲਿਸਟਿਕ ਸੋਸਾਇਟੀ ਸਿਸਟਮ ਆਫ ਸੋਸਾਇਟੀ ਔਰ ਸਮਾਜਵਾਦੀ ਸੋਸ਼ਲਿਸਟਿਕ ਸੋਸਾਇਟੀ ਜੋ ਸਿਸਟਮ ਹੈ, ਇਹ 2 ਅਲੱਗ-ਅਲੱਗ ਕਿਹੜੀਆਂ ਧਾਰਨਾਵਾਂ ਹੈ, ਇਹਦੇ ਵਿੱਚ ਕਿਹਨੂੰ ਪਹਿਲ ਦਿੱਤੀ ਜਾਂਦੀ ਹੈਗੀ ਹੈ, ਕਿਹਦੇ ਕੀ ਰਾਈਟਸ ਸੀਗੇ, ਕੀ ਇਹਨਾਂ ਦੇ ਪਲੱਸ ਪੁਆਇੰਟ ਹੈਗੇ ਸੀਗੇ, ਕੀ ਇਹਨਾਂ ਦੇ ਨੈਗੇਟਿਵ ਪੁਆਇੰਟ ਸੀ। ਮੇਰੇ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੋ ਬਾਬਾ ਸਾਹਿਬ ਦੀ ਸੋਸ਼ਲ ਫਿਲਾਸਫੀ ਹੈ ਨਾ, ਅਗਰ ਉਹ ਸੋਸ਼ਲ ਫਿਲਾਸਫੀ ਨੂੰ ਅੱਜ ਦੇ ਭਾਰਤ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ, ਇਹ ਸਾਰੇ ਦੁੱਖ ਝਮੇਲੇ ਸਾਰੇ ਖਤਮ ਹੋ ਸਕਦੇ ਆ ਜੀ। ਤੇ ਇਹਦੇ ਬਾਰੇ ਮੈਂ ਮਾਨਵਰ ਸਾਡੇ ਡਾਕਟਰ DR ਜਾਟਵ ਜੀ ਉਹਨਾਂ ਨੇ ਬਹੁਤ ਹੀ ਸੋਹਣਾ ਥੀਸਿਸ ਲਿਖਿਆ ਕਿ ਸੋਸ਼ਲ ਫਿਲਾਸਫੀ ਆਫ ਡਾਕਟਰ ਅੰਬੇਡਕਰ, ਡਾਕਟਰ ਅੰਬੇਡਕਰ ਜੀ ਦਾ ਸਮਾਜ ਦਰਸ਼ਨ ਕੀ ਹੈ। ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ, ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਕਿ ਅੱਜ ਦੇ ਕੱਲ੍ਹ ਦੇ ਜੋ ਵਿਚਾਰਕ ਹਨ, ਉਹਨਾਂ ਦੇ ਸਾਹਮਣੇ ਸਮੱਸਿਆ ਪੈਦਾ ਹੁੰਦੀ ਕਿ ਉਹ ਕਿਹੋ ਜਿਹਾ ਨਜ਼ਰੀਆ ਅਪਣਾਉਣ। ਵਿਅਕਤੀਵਾਦ, ਸਮਾਜਵਾਦ, ਆਦਰਸ਼ਵਾਦ, ਯਥਾਰਥਵਾਦ, ਭੌਤਿਕਵਾਦ, ਅਧਿਆਤਮਕਵਾਦ ਦੀਆਂ ਸਹੀ ਕੀਮਤਾਂ ਨੂੰ ਜੀਵਨ ਦੇ
ਦੇ ਹਿਸਾਬ ਮੁਤਾਬਕ ਦੱਸਿਆ ਜਾ ਸਕੇ। ਜੀ ਪਰ ਅਸਲੀਅਤ ਦੇ ਵਿੱਚ ਸੰਸਾਰ ਦੀਆਂ ਕੀਮਤਾਂ ਦੇ ਜਿਹੜੀਆਂ ਆ ਉਹ ਇੰਨੀਆਂ ਗੁੰਝਲਦਾਰ ਆ ਕਿ ਜਿਹੜੇ ਵਿਚਾਰਵਾਨ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਪੱਖ ਤੋਂ ਅਣਦੇਖੀ ਕਰ ਬੈਠਦੇ ਆ, ਤੇ ਜਿਸ ਕਰਕੇ ਫਿਰ ਇੱਕ ਤਰਫਾ ਜਾਂ ਇਕਾਂਗੀ ਬਣ ਜਾਂਦਾ। ਜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਵਿਅਕਤੀਵਾਦ ਦੀ, ਵਿਅਕਤੀਵਾਦ ਦੇ ਇਤਿਹਾਸ ਨਜ਼ਰੀਏ ਨੂੰ ਦੇ ਹਿਸਾਬ ਦੇ ਨਾਲ ਜਿਹੜਾ ਇਤਿਹਾਸ ਹੈ ਇੱਕ ਕਹਾਣੀ ਆ, ਹਾਂਜੀ ਜਿਹਦੇ ਵਿੱਚ ਇੱਕ ਮਨੁੱਖ ਆ, ਆਦਮੀ ਆ, ਉਹ ਹੌਲੀ ਹੌਲੀ ਉਹ ਇੱਕ ਆਤਮ ਵਿਸ਼ਵਾਸੀ ਬਣ ਕੇ ਆਜ਼ਾਦ ਬਣ ਜਾਂਦਾ, ਆਜ਼ਾਦ ਵਿਅਕਤੀ ਬਣਦਾ। ਇਹਦੇ ਵਿੱਚ ਵਿਅਕਤੀ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਤੇ ਉਹਦੇ ਦੂਸਰੇ ਪਾਸੇ ਜਦੋਂ ਤੁਸੀਂ ਦੇਖਦੇ ਆ ਕਿ ਜਿਹੜਾ ਸਮਾਜਵਾਦ ਆ ਉਹਦੇ ਨਜ਼ਰੀਏ ਮੁਤਾਬਕ ਇਤਿਹਾਸ ਇੱਕ ਅਜਿਹਾ ਵਿਕਾਸ ਆ ਜਿਹਦੇ ਵਿੱਚ ਜਿਹੜਾ ਇੱਕ ਸਮਾਜ ਆ ਜਿਹਦੇ ਵਿੱਚ ਕੱਟੜਪੰਥੀ ਲੋਕ ਜੋ ਸਮਾਜ ਦੇ ਉੱਪਰ ਕੱਟੜ ਦੇ ਤਾਰ ਰਾਜ ਕਰਦੇ ਆ, ਉਹਨਾਂ ਨੂੰ ਹਟਾਉਣ ਦਾ ਜੋ ਇੱਕ ਮਨੁੱਖ ਆ ਅੱਗੇ ਵੱਧਦਾ ਹੈ ਜੀ। ਤੇ ਇਹਦੇ ਵਿੱਚ ਫਿਰ ਸਮਾਜ ਨੂੰ ਪ੍ਰਮੁੱਖਤਾ ਦਿੰਦੇ ਆ। ਤੇ ਇਹ ਦੋ ਹਨ, ਪਰ ਲੇਕਿਨ ਇਹਨਾਂ ਦੋਨਾਂ ਵਿੱਚ ਹੀ ਬਾਬਾ ਸਾਹਿਬ ਦੇ ਹਿਸਾਬ ਦੇ ਨਾਲ ਇੱਕ ਦੇ ਵਿੱਚ ਆਜ਼ਾਦੀ ਨਹੀਂ, ਦੂਸਰੇ ਵਿੱਚ ਬਰਾਬਰਤਾ ਨਹੀਂ। ਆਜ਼ਾਦੀ ਕਿਹਦੇ ਵਿੱਚ ਨਹੀਂ ਹੈ? ਪਹਿਲੀ ਜਿਹੜਾ ਵਿਅਕਤੀਵਾਦ ਆ ਉਹਦੇ ਵਿੱਚ ਆਜ਼ਾਦੀ ਆ, ਉਹ 'ਚ ਇਨਸਾਨ ਨੂੰ ਆਜ਼ਾਦੀ ਆ ਕਿ ਤੂੰ ਜੋ ਕੁਛ ਆਪਣੀ ਸੂਝ-ਬੂਝ ਦੇ ਨਾਲ ਤੂੰ ਕਰ ਸਕਦਾ, ਤੈਨੂੰ ਆਜ਼ਾਦੀ ਆ, ਲੇਕਿਨ ਬਰਾਬਰਤਾ ਨਹੀਂ। ਇਹ ਮੈਂ ਅੱਗੇ ਜਾ ਕੇ ਤੁਹਾਨੂੰ ਸਮਝਾਵਾਂਗਾ। ਤੇ ਜਿਹੜਾ ਸਮਾਜਵਾਦ ਆ ਉਹਦੇ ਵਿੱਚ ਬਰਾਬਰਤਾ ਆ, ਆਜ਼ਾਦੀ ਨਹੀਂ। ਉਹ ਵੀ ਮਤਲਬ ਇੱਕ ਡੋਮੀਨੇਟ ਜਿਹੜਾ ਉਹ ਕਰ ਜਾਂਦੇ ਆ। ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਸਲੀ ਜਿਹੜਾ ਅੱਜ ਦੀ ਦੁਨੀਆ ਦੇ ਵਿੱਚ ਤਰੱਕੀ ਲਈ ਜੋ ਅਸਲੀ ਵਿਚਾਰਧਾਰਾ ਦੀ ਜ਼ਰੂਰਤ ਆ, ਉਹਦੀ ਨੀਂਹ ਜਿਹੜੀ ਆ ਨਿੱਜੀ ਆਜ਼ਾਦੀ, ਬਰਾਬਰਤਾ ਦਾ ਸਹੀ ਤਾਲਮੇਲ ਹੋਣਾ ਜ਼ਰੂਰੀ ਹੈ। ਇਨ ਦੋਨਾਂ ਵਿੱਚ ਤਾਲਮੇਲ ਨਹੀਂ, ਤਾਲਮੇਲ ਦੋਨਾਂ 'ਚ ਖਾਮੀਆਂ ਆ। ਇੱਕ 'ਚ ਆਜ਼ਾਦੀ ਹੈ ਤੇ ਬਰਾਬਰਤਾ ਨਹੀਂ, ਇੱਕ 'ਚ ਬਰਾਬਰਤਾ ਆ, ਦੂਸਰੇ 'ਚ ਆਜ਼ਾਦੀ ਨਹੀਂ। ਹੁਣ ਮੈਂ ਵਿਅਕਤੀਵਾਦ ਦੇ ਨਜ਼ਰੀਏ ਦੇ ਦੇਖਦਾ ਕਿ ਜਦੋਂ ਆਪਾਂ ਪੱਛਮੀ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਇੱਥੇ ਉਦਯੋਗ ਤੇ ਵਪਾਰ ਨੇ ਬੜੀ ਤਰੱਕੀ ਕੀਤੀ ਜੀ। ਉਹਨਾਂ ਨੇ ਮਤਲਬ ਜਿਹੜਾ ਵਿਅਕਤੀਵਾਦ ਨੂੰ ਤਰਜੀਹ ਦਿੱਤੀ, ਕਹਿੰਦੇ ਵੀ ਮਨੁੱਖ ਜਿਹੜਾ ਆ ਉਹ ਆਪਣਾ ਕਲਿਆਣ ਆਪਣੀ ਸੂਝ-ਬੂਝ ਦੇ ਨਾਲ ਆਪਣਾ ਕਲਿਆਣ ਆਪ ਕਰ ਸਕਦਾ, ਆਪਣੀ ਤਰੱਕੀ ਆਪ ਕਰ ਸਕਦਾ, ਆਪਣੇ ਦੁੱਖਾਂ ਤੋਂ ਛੁਟਕਾਰਾ ਆਪ ਪਾ ਸਕਦਾ। ਲੇਕਿਨ ਉਹਨਾਂ ਨੇ ਮਨੁੱਖਾਂ ਨੂੰ ਇੰਨੀ ਆਜ਼ਾਦੀ ਦਿੱਤੀ ਆ ਕਿ ਉਹਦਾ ਕੀ ਤਰੀਕਾ ਕੀ ਹੋਇਆ ਕਿ ਜਿਹੜੇ ਆਮ ਲੋਕ ਆ, ਅਗਿਆਨੀ ਕਹਿ ਲਓ ਜਾਂ ਜਿਨ੍ਹਾਂ ਨੂੰ ਸੂਝ-ਬੂਝ ਘੱਟ ਆ, ਉਹਨਾਂ ਦੇ ਉੱਪਰ ਉਹਨਾਂ ਦਾ ਰਾਜ, ਜਿਨ੍ਹਾਂ ਕੋਲ ਸਾਧਨ ਦੀ ਕਮੀ, ਉਹਨਾਂ ਦੀ ਸਾਧਨ ਦੀ ਜਿਨ੍ਹਾਂ ਕੋਲ ਕਮੀ ਸੀਗੀ। ਤੇ ਇਦਾਂ ਹੋਇਆ ਕਿ ਜਿਹੜੇ ਚਲਾਕ ਤੇ ਚਤਰ ਲੋਕ ਆ ਉਹਨਾਂ ਨੇ ਅਨਪੜ੍ਹ ਲੋਕਾਂ ਨੂੰ ਗੁਲਾਮ ਬਣਾ ਲਿਆ। ਤੇ ਇਹਦਾ ਨਤੀਜਾ ਕੀ ਹੋਇਆ ਕਿ ਨਾ ਬਰਾਬਰਤਾ, ਬੇਇਨਸਾਫੀ, ਜ਼ੁਲਮ ਦਾ ਬੋਲਬਾਲਾ ਸ਼ੁਰੂ ਹੋਇਆ ਤੇ ਲੁੱਟ ਖਸੁੱਟ, ਇਨਜਸਟਿਸ ਕਿਉਂਕਿ ਇੱਕ ਬੰਦੇ ਦੇ ਇਹ ਪੂੰਜੀਵਾਦ ਆ ਜਾਂਦਾ, ਇਹਦੇ ਵਿੱਚ ਪੂੰਜੀਵਾਦ ਦੀ ਮੋਨੋਪੋਲੀ ਹੋ ਜਾਂਦੀ ਹੈ। ਇਹ ਹੈਗਾ ਵਿਅਕਤੀਵਾਦ। ਤੇ ਜਿਹੜਾ ਸਮਾਜਵਾਦ ਆ, ਜਦੋਂ ਫਿਰ ਸਮਾਜ ਦੇ ਵਿੱਚ ਵਿਅਕਤੀਵਾਦ ਦਾ ਵਿਰੋਧ ਹੋਇਆ ਕਿਉਂਕਿ ਲੁੱਟ ਖਸੁੱਟ ਸ਼ੁਰੂ ਹੋਈ, ਪੂੰਜੀਵਾਦ ਐਕਸਪਲੋਟੇਸ਼ਨ ਹੋ ਗਈ, ਤੇ ਉੱਥੇ ਫਿਰ ਬਹੁਤ ਸਾਰੇ ਆਰਥਿਕ ਤੇ ਰਾਜਨੀਤਿਕ ਤੱਤ ਜਿਹੜੇ ਅੱਗੇ ਆਏ ਤੇ ਜਿਨ੍ਹਾਂ ਨੇ ਫਿਰ ਜਿਹੜੀ ਵਿਅਕਤੀਵਾਦ ਜਿਹੜਾ ਪੂੰਜੀਵਾਦ ਆ ਉਹਦੀਆਂ ਜੜ੍ਹਾਂ ਨੂੰ ਹਿਲਾਇਆ। ਤੇ ਇਹਦੇ ਨਾਲ ਫਿਰ ਕੀ ਹੋਇਆ ਕਿ ਇਹਨਾਂ ਨੂੰ ਸਮਾਜਵਾਦੀ ਵਿਚਾਰਾਂ ਨੂੰ ਹੌਸਲਾ ਮਿਲਿਆ, ਉਹਨਾਂ ਨੂੰ ਇਨਸੈਂਟਿਵ ਮਿਲਿਆ। ਤੇ ਇਹ ਮਨੁੱਖ ਨੇ ਜਿਹੜਾ ਸਮਾਜੀ ਪੱਧਰ ਤੇ ਉਹਨਾਂ ਦੇ ਮਿਲ ਕੇ ਚੱਲਣ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ। ਇਹ ਮਤਲਬ ਇਹਦਾ। ਤੇ ਇਹਦੇ ਨਾਲ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹਦੇ ਨਾਲ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਸ ਮਾਰਕਸਵਾਦੀ ਵਿਚਾਰਾਂ ਤੇ, ਕਮਿਊਨਿਜ਼ਮ ਦੇ ਉੱਪਰ ਉਹਦੇ ਵੱਲ ਨੂੰ ਖਿੱਚੇ ਗਏ। ਪਰ ਮਾਰਕਸਵਾਦ ਨੇ ਸਮਾਜ ਨੂੰ ਪਹਿਲ ਦਿੱਤੀ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪਹਿਲ ਦਿੱਤੀ ਨਾ ਕਿ ਇਕੱਲੇ ਵਿਅਕਤੀ ਨੂੰ, ਸਮਾਜ ਨੂੰ ਦਿੱਤੀ ਹੈ। ਤੇ ਮਾਰਕਸ ਦਾ ਹਿਸਾਬ ਨਾਲ ਕਿ ਸੰਸਾਰ ਵਿੱਚ ਦੁੱਖਾਂ ਦਾ ਕਾਰਨ ਨਿੱਜੀ ਜਾਇਦਾਦ ਆ, ਪੂੰਜੀਵਾਦ। ਉਹ ਕਹਿੰਦਾ ਜੇ ਨਿੱਜੀ ਜਾਇਦਾਦ ਦੇ ਅਧਿਕਾਰ ਨੂੰ ਬੰਦ ਕਰ ਦਿੱਤਾ ਜਾਵੇ, ਆਦਮੀ ਸੁਖੀ ਹੋ ਸਕਦਾ ਹੈ ਨਾ, ਕਰਕੇ ਤੇ ਇੱਕ ਸਮਾਜਿਕ ਏਕਤਾ ਕਾਇਮ ਕੀਤੀ ਜਾ ਸਕਦੀ ਹੈ। ਹਾਂ, ਸਮਾਜਿਕ ਏਕਤਾ ਲਿਆਉਣ ਵਾਲੇ ਪੂੰਜੀਵਾਦ ਵਰਗ ਨੂੰ ਖਤਮ ਕਰਨਾ ਜ਼ਰੂਰੀ ਹੈ। ਇਹ ਦੋ ਬਿਲਕੁਲ ਕੰਟਰਾਸਟ ਕਰ ਰਿਹਾ ਨਾ। ਤੇ ਮਨੁੱਖ ਦੇ ਆਰਥਿਕ ਕਲਿਆਣ ਲਈ ਮਾਰਕਸ ਨੇ ਸਿਰਫ ਭੌਤਿਕ ਕੀਮਤਾਂ ਨੂੰ ਜਾਣਿਆ, ਮਤਲਬ ਮਟੀਰੀਅਲਿਜ਼ਮ, ਇਕਨੋਮਿਕ ਫੈਕਟਰ ਨੂੰ ਦੱਸਿਆ ਨਾ, ਮਟੀਰੀਅਲਿਸਟਿਕ ਸੋਸਾਇਟੀ ਨੂੰ ਜ਼ਿਆਦਾ। ਹਾਂ, ਲੇਕਿਨ ਧਾਰਮਿਕ ਕੀਮਤਾਂ ਨੂੰ ਕੋਈ ਮਾਰਕਸਵਾਦ ਥਾਂ ਨਹੀਂ ਦਿੰਦਾ ਹੈ ਨਾ। ਤੇ ਮਾਰਕਸ ਸਿਧਾਂਤ ਵੀ ਜਿਹੜਾ ਆਪਣੀਆਂ ਕਮਜ਼ੋਰੀਆਂ ਕਰਕੇ ਇਹ ਵੀ ਇੱਕ ਤਰਫਾ ਬਣ ਗਿਆ। ਤੇ ਉਹਦਾ ਕੀ ਹੋਇਆ ਕਿ ਇੱਕ ਤਰਫਾ ਬਣ ਕੇ ਤੇ ਮਾਰਕਸਵਾਦੀ ਵਿਚਾਰਧਾਰਾ ਵਿੱਚ ਨਿੱਜੀ ਆਜ਼ਾਦੀ ਨੂੰ ਸਹੀ ਥਾਂ ਨਹੀਂ ਮਿਲੀ। ਮੈਂ ਜਿੱਦਾਂ ਦੱਸਿਆ ਕਿ ਉਹਦੇ 'ਚ ਆਜ਼ਾਦੀ ਨਹੀਂ ਮਿਲੀ, ਉਹਨਾਂ ਨੇ ਉਹਨੂੰ ਇੱਕ ਕਰ ਲਿਆ। ਸੋ ਇੱਦਾਂ ਵਿਅਕਤੀਵਾਦ ਤੇ ਸਮਾਜ ਦੇ ਵਿੱਚ ਆਪਸੀ ਲੜਾਈ ਨੇ ਅੱਜ ਦੇ ਮਨੁੱਖ ਦੇ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ
ਸਮੱਸਿਆਵਾਂ ਖੜੀਆਂ ਕਰਦੀ ਸਮੱਸਿਆ ਖੜੀਆਂ ਕਰ ਦਿੱਤੀਆਂ ਕਿ ਇਹ ਦੋਨੇ ਆਪਣੀਆਂ ਉਹ ਵਿਅਕਤੀਵਾਦ ਆਪਣੀਆਂ ਮਾਨਤਾਵਾਂ ਮਨਾਉਣ ਨੂੰ ਕਹਿੰਦਾ ਆ ਤੇ ਮਾਰਕਸਵਾਦ ਜਿਹੜਾ ਆ ਸਮਾਜਵਾਦ ਉਹ ਆਪਣੀਆਂ ਮਾਨਤਾ ਨੂੰ। ਇਹਨਾਂ ਦੇ ਆਪਸੀ ਝਗੜੇ ਨੇ ਮਤਲਬ ਦੂਸਰੇ ਲੋਕਾਂ ਨੂੰ ਇੱਕ ਸਮੱਸਿਆ ਦੇ ਵਿੱਚ ਪਾ ਦਿੱਤਾ ਤੇ ਉਹਦੇ ਵਿੱਚ ਨਾ ਤਾਂ ਵਿਅਕਤੀਵਾਦ ਪੱਕਾ ਹੋ ਸਕਿਆ ਤੇ ਨਾ ਹੀ ਸਮਾਜਵਾਦ ਪੱਕਾ ਹੋ ਸਕਿਆ। ਇਸ ਕਰਕੇ ਇਹ ਜਿਹੜੇ ਦੋਨੇ ਵਿਚਾਰ ਆ ਉਹ ਕਾਮਯਾਬ ਨਹੀਂ ਹੋਏ। ਤੇ ਜਿਵੇਂ ਕਿ ਕਿਹਾ ਜਾਂਦਾ ਹੈਗਾ ਵੀ ਸਮਾਜਵਾਦ ਦੇ ਵਿੱਚ ਕਿਉਂਕਿ ਇਹਨੂੰ ਸਮਾਜ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈਗੀ, ਆਜ਼ਾਦੀ ਹੈ ਨਹੀਂ। ਇੰਡੀਵਿਜੂਅਲਿਜ਼ਮ ਦੇ ਵਿੱਚ ਆਜ਼ਾਦੀ ਹੈਗੀ ਆ, ਇੱਕ ਕਹਾਵਤ ਹੈਗੀ ਜਿੱਦਾਂ ਹੈਗਾ ਬਈ ਉਹਦੇ ਵਿੱਚ ਕਹਿੰਦੇ ਵੀ ਸਾਨੂੰ ਜਿੱਦਾਂ ਤੁਸੀਂ ਦੱਸਿਆ ਵੀ ਆਦਮੀ ਜਿਹੜਾ ਗਰੀਬ ਹੁੰਦਾ ਗਿਆ, ਜਿਹੜਾ ਅਮੀਰ ਆ ਮਾਨਵਵਾਦ ਵਿੱਚ ਅਮੀਰ ਹੁੰਦਾ ਗਿਆ। ਚਲਾਕ ਲੋਕਾਂ ਨੇ ਉਹਦੇ ਵਿੱਚ ਇਹ ਹੋਇਆ ਵੀ ਉਹ ਕਹਿੰਦੇ ਵੀ ਸਾਨੂੰ ਬੋਲਣ ਦੀ ਤਾਂ ਬੜੀ ਆਜ਼ਾਦੀ ਆ, ਬੋਲੋ ਜਿੰਨਾ ਮਰਜ਼ੀ, ਪਰ ਸਾਨੂੰ ਖਾਣ ਨੂੰ ਨਹੀਂ ਮਿਲਦਾ। ਜਿਹੜਾ ਸਮਾਜਵਾਦੀ ਸਕੂਲ ਹੈਗਾ ਉਹ ਕਹਿੰਦੇ ਵੀ ਸਾਨੂੰ ਖਾਣ ਨੂੰ ਤਾਂ ਬਹੁਤ ਮਿਲਦਾ ਪਰ ਸਾਨੂੰ ਬੋਲ ਨਹੀਂ ਸਕਦੇ, ਆਜ਼ਾਦੀ ਹੈ ਨਹੀਂ ਉਹਨਾਂ ਦੀ ਆਜ਼ਾਦੀ ਹੈ ਨਹੀਂ। ਇਹ ਦੋਨਾਂ ਦੇ ਡਰਾਬੈਕ ਸੀ। ਤੇ ਇਹਦਾ ਫਿਰ ਕੀ ਹੋਇਆ ਸੀ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ। ਇਹਦੇ ਨਾਲ ਫਿਰ ਇਹ ਸਥਿਤੀਆਂ ਜਿਹੜੀਆਂ ਸੀ ਤੇ ਭਾਰਤੀ ਲੋਕਾਂ ਦਾ ਜਿਹੜਾ ਵਿਕਾਸ ਆ ਉਹ ਮਤਲਬ ਪੂਰਾ ਅੱਧ ਵਿਚਕਾਰ ਲਟਕਿਆ ਰਿਹਾ, ਕਿਉਂਕਿ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਵੀ ਦੱਸਦੇ ਆ ਕਿ ਹੁਣ ਇਹ ਤੋਂ ਅੱਗੇ ਅਸੀਂ ਆਨੇ ਆ ਵੀ ਇਹ ਦੋਨੇ ਹੀ ਜਿਹੜੇ ਸਕੂਲ ਸੀਗੇ ਇਹ ਆਪਣੇ ਆਪ 'ਚ ਕੰਪਲੀਟ ਸਕਸੈਸਫੁਲ ਨਹੀਂ ਹੋਏ ਜੀ। ਹੁਣ ਬਾਬਾ ਸਾਹਿਬ ਦਾ ਆਪਾਂ ਸੋਸ਼ਲ ਫਿਲਾਸਫੀ ਅੱਜ ਡਿਸਕਸ ਕਰ ਰਹੇ ਹੈਗੇ ਆ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਬਾਬਾ ਸਾਹਿਬ ਇਹਨਾਂ 'ਚੋਂ ਕਿਸੇ ਇੱਕ ਸਕੂਲ ਨੂੰ ਸਪੋਰਟ ਕਰਦੇ ਸੀ, ਮਾਨਵਵਾਦੀ ਨੂੰ ਕਰਦੇ ਸੀ ਜਾਂ ਸਮਾਜਵਾਦੀ ਨੂੰ ਕਰਦੇ ਸੀ ਜਾਂ ਕਿਸੇ ਨੂੰ ਵੀ ਨਹੀਂ ਕਰਦੇ ਸੀ? ਅਗਰ ਕਿਸੇ ਨੂੰ ਵੀ ਨਹੀਂ ਕਰਦੇ ਸੀ ਤਾਂ ਉਹਨਾਂ ਦਾ ਆਪਣਾ ਨਜ਼ਰੀਆ ਸੋਸ਼ਲ ਫਿਲਾਸਫੀ ਕੀ ਸੀ? ਇਹ ਆਪਣੇ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਬਾਬਾ ਸਾਹਿਬ ਦੀ ਜਿਹੜੀ ਸੋਸ਼ਲ ਫਿਲਾਸਫੀ ਆ ਉਹ ਇਹਨਾਂ ਦੋਨਾਂ ਨੂੰ ਉਹ ਤਰਜੀਹ ਨਹੀਂ ਦਿੰਦਾ, ਦੋਨਾਂ ਨੂੰ ਰਿਜੈਕਟ ਕਰਦਾ। ਉਹ ਕਹਿੰਦੇ ਵੀ ਜਦ ਆਜ਼ਾਦੀ ਨਹੀਂ, ਬਰਾਬਰਤਾ ਨਹੀਂ। ਤੇ ਹੁਣ ਤੁਸੀਂ ਬਾਬਾ ਸਾਹਿਬ ਦਾ ਜਿਹੜਾ ਮੈਸੇਜ ਆ ਉਹਦੇ 'ਚ ਜਦੋਂ ਗੱਲ ਹੁੰਦੀ ਆ ਕਿ ਉਹ ਪਹਿਲਾਂ ਲਿਬਰਟੀ ਆਉਂਦੀ ਆ, ਬਰਾਬਰਤਾ ਆਉਂਦੀ ਆ, ਨਿਆਂ ਦੀ ਗੱਲ ਕਰਦੇ, ਭਾਈਚਾਰਾ। ਉਹਨਾਂ ਦੇ ਸਮਾਜ 'ਚ ਤਿੰਨੇ ਚੀਜ਼ਾਂ ਹੋਣੀਆਂ ਜ਼ਰੂਰੀ, ਉਹਦੇ ਵਿੱਚ ਤਿੰਨੇ ਚੀਜ਼ਾਂ ਹੋਣੀਆਂ ਜ਼ਰੂਰੀ ਆ। ਤੇ ਇਸ ਸਥਿਤੀ ਵਿੱਚ ਫਿਰ ਭਾਰਤ ਜਿੱਦਾਂ ਮੈਂ ਦੱਸਿਆ ਕਿ ਜਿਹੜੇ ਭਾਰਤ ਦਾ ਸਮਾਜ ਆ ਉਹਨਾਂ ਦੀ ਤਰੱਕੀ ਜਿਹੜੀ ਆ ਉਹ ਰੁਕ ਗਈ। ਤਾਂ ਹੁਣ ਇਸ ਸਥਿਤੀ ਵਿੱਚ ਭਾਰਤੀ ਸਮਾਜ ਨੂੰ ਇੱਕ ਸੰਗਠਿਤ ਵਿਚਾਰਧਾਰਾ ਦੀ ਲੋੜ ਸੀ। ਤਾਂ ਸਾਰੇ ਹੀ ਇੱਕ ਤਰਫੇ ਦ੍ਰਿਸ਼ਟੀਕੋਣ ਨੂੰ ਸੁਧਾਰ ਕੇ ਨਵਾਂ ਸਮਾਜ ਕਾਇਮ ਕਰੇ, ਮਤਲਬ ਇੱਕ ਤਰਫਾ ਨਹੀਂ ਹੋਣਾ ਚਾਹੀਦਾ। ਤੇ ਜੇ ਉਹਦੇ ਨਾਲ ਕੀ ਹੋਇਆ ਕਿ ਜਿਸ ਦੀ ਨੀਂਹ ਉਹ ਕਹਿੰਦੇ ਵੀ ਸ਼ੁਰੂ ਤੋਂ ਹੀ ਜਿੱਦਾਂ ਮੈਂ ਹੁਣ ਦੱਸ ਕੇ ਹਟਿਆ, ਆਜ਼ਾਦੀ, ਬਰਾਬਰਤਾ, ਨਿਆਂ ਤੇ ਭਾਈਚਾਰਾ ਹੋਵੇ, ਕਿ ਜਿਹੜੀ ਬਾਬਾ ਸਾਹਿਬ ਦੀ ਫਿਲਾਸਫੀ ਆ। ਤੇ ਇਹਦੀ ਜਿਹੜੀ ਪ੍ਰਣਾਲੀ ਆ ਉਹ ਵੀ ਪ੍ਰਜਾਤੰਤਰ ਲੋਕਤੰਤਰੀ ਹੋਵੇ, ਡੈਮੋਕ੍ਰੈਟਿਕ, ਲੋਕਾਂ ਲਈ, ਲੋਕਾਂ ਵਾਸਤੇ। ਤਾਂ ਉਹਦੇ ਨਾਲ ਫਿਰ ਨਿੱਜੀ ਸਮਾਜਿਕ ਤੇ ਭੌਤਿਕ ਅਧਿਆਤਮਿਕ ਕੀਮਤਾਂ ਨੂੰ ਵੀ ਯੋਗ ਥਾਂ ਮਿਲਣੀ ਚਾਹੀਦੀ ਹੈ। ਬਾਬਾ ਸਾਹਿਬ ਨੇ ਸਾਰਿਆਂ ਨੂੰ ਦੱਸ ਕੇ ਫਿਰ ਉਹਨਾਂ ਦੀ ਫਿਲਾਸਫੀ ਜਿਹੜੀ ਹੈ। ਤਾਂ ਇਹੀ ਵਿਚਾਰਧਾਰਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਦਰਸ਼ਨ ਵਿਚਾਰਧਾਰਾ ਦੇ ਅਨੁਕੂਲ ਹੈ। ਆ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਨਾ, ਇਹ ਜਿਹੜੀ ਵਿਚਾਰਧਾਰਾ ਜਿਹਦੇ ਵਿੱਚ ਆਜ਼ਾਦੀ, ਬਰਾਬਰਤਾ, ਭਾਈਚਾਰਾ ਤੇ ਨਿਆਂ, ਤੇ ਉਹਦੇ ਨਾਲ ਮਟੀਰੀਅਲਿਜ਼ਮ ਤੇ ਸਪਿਰਿਚੁਅਲਿਜ਼ਮ ਅਧਿਆਤਮਿਕ ਉਹਨੂੰ ਵੀ ਪੂਰੀ ਜਗ੍ਹਾ ਮਿਲਣੀ ਚਾਹੀਦੀ। ਇਹ ਬਾਬਾ ਸਾਹਿਬ ਦੇ ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਫਿਰ ਕੱਟੜਵਾਦੀ ਵਿਚਾਰਧਾਰਾ ਦੀ ਕੋਈ ਜਗ੍ਹਾ ਨਹੀਂ, ਤੇ ਉੱਥੇ ਆਪਾਂ ਫਿਰ ਮੱਧਮ ਮਾਰਗ ਦੀ ਮਿਡਲ ਪਾਥ, ਤੇ ਇਹ ਮਿਡਲ ਪਾਥ ਜੋ ਹੈ ਇਹ ਮੱਧਮ ਮਾਰਗ ਤਥਾਗਤ ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਚੱਲਦਾ। ਤੇ ਇੱਥੋਂ ਫਿਰ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਸ਼ੁਰੂ ਹੁੰਦੀਆਂ। ਜੇ ਸਮਾਜ ਦਾ ਜਿਹੜਾ ਵਿਕਾਸ ਆ ਸਦੀਆਂ ਤੋਂ ਜਦ ਦਾ ਇਨਸਾਨ ਬਣਿਆ ਸਮਾਜ ਦੇ ਵਿੱਚ ਰਹਿੰਦਾ ਹੈਗਾ ਤਾਂ ਚੇਂਜ ਹੁੰਦਾ ਗਿਆ, ਡਿਵੈਲਪ ਹੁੰਦਾ ਗਿਆ, ਚੇਂਜਿਸ ਆਉਂਦੇ ਰਹੀਆਂ ਟਾਈਮ ਟੂ ਟਾਈਮ। ਜੋ 1000 ਸਾਲ ਪਹਿਲਾਂ ਸੀ ਅੱਜ ਨਹੀਂ, ਜੋ ਅੱਜ ਹੈਗਾ ਉਹ 100 ਸਾਲ 200 ਸਾਲ 500 ਸਾਲ ਬਾਅਦ 'ਚ ਨਹੀਂ ਹੋਏਗਾ। ਬਾਬਾ ਸਾਹਿਬ ਦੀ ਜੋ ਸੋਸ਼ਲਿਸਟਿਕ ਫਿਲਾਸਫੀ ਹੈਗਾ, ਜੋ ਉਹਨਾਂ ਵਿਚਾਰ ਹੈਗਾ, ਉਹਨੂੰ ਸਮਝਣ ਲਈ ਡਿਟੇਲ ਦੇ ਵਿੱਚ ਕਿ ਸਾਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਕਿੱਦਾਂ ਦਾ ਸਮਾਜ ਫਿਲਾਸਫੀ ਸੀ, ਉਸ ਤੋਂ ਬਾਅਦ ਮਿਡੀਵਲ ਟਾਈਮ ਮੱਧਿਆ ਕਾਲ ਦੇ ਵਿੱਚ ਕਿੱਦਾਂ ਦਾ ਸਮਾਜ ਦੀ ਰਚਨਾ ਸੀ, ਤੇ ਅੱਜ ਜਿਹੜਾ ਮਾਡਰਨ ਟਾਈਮ ਹੈਗਾ ਇਹਨਾਂ ਦੇ ਵਿੱਚ ਕੋਈ ਆਪਾਂ ਨੂੰ ਖਾਸ ਡਿਫਰੈਂਸ ਦਿਸਦਾ ਹੈਗਾ? ਇੱਥੇ ਮੈਂ ਬਹੁਤ ਸੋਹਣਾ ਮਤਲਬ ਡਾਕਟਰ D.R. ਜਾਟਵ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਲਿਖਿਆ ਕਿ ਉਹਨਾਂ ਦਾ ਜਦੋਂ ਮੈਂ ਅਧਿਐਨ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਦੇ ਹਨ ਕਿ ਅਸਲ ਵਿੱਚ ਬਾਬਾ ਸਾਹਿਬ ਜੀ ਦਾ ਸਮਾਜ ਦਰਸ਼ਨ ਹੀ ਅਸਲ ਵਿੱਚ ਮਾਨਵਵਾਦੀ ਹੈ। ਬਾਬਾ ਸਾਹਿਬ ਦਾ ਦਰਸ਼ਨ ਹੀ ਮਾਨਵਵਾਦੀ ਹੈ। ਇਹ ਦਰਸ਼ਨ ਜੋ ਹੈ ਕਿ ਅਸਲ ਵਿੱਚ ਇਹਦੀ ਨੀਂਹ ਲੋਕਤੰਤਰੀ ਤੇ ਸਮਾਜਿਕ ਮਾਨਵਵਾਦ ਹੈ।
ਤੇ ਜਿਸ ਵਿੱਚ ਸੰਵਿਧਾਨਿਕ ਤੇ ਬੁੱਧ ਧਰਮ ਦੀ ਸਹੀ ਸਮਤੋਲ ਵੀ ਹੈ। ਵੀ ਹੈ ਇੱਥੇ ਦੇਖੋ ਮੈਂ ਬਾਰ-ਬਾਰ ਕਿਉਂਕਿ ਮਾਰਕਸਵਾਦ ਨੇ ਧਰਮ ਨੂੰ ਮਤਲਬ ਇੱਕ ਫੀਮ ਦੀ ਗੋਲੀ ਉਹਦੇ ਕਿਹਾ, ਵਿੱਚ ਕੋਈ ਥਾਂ ਨਹੀਂ ਸੀਗਾ, ਥਾਂ ਨਹੀਂ ਸੀ ਇਹਦਾ ਅਧਿਆਤਮਕਵਾਦ ਸਪਿਰਿਚੁਅਲਿਜ਼ਮ ਦਾ ਕੋਈ ਥਾਂ ਨਹੀਂ ਸੀਗਾ। ਹੁਣ ਇੱਥੇ ਡਾਕਟਰ ਅੰਬੇਡਕਰ ਜੀ ਆਪਣੀ ਦਰਸ਼ਨ ਦੀ ਰਚਨਾ ਦੀ ਜਿਹੜੀ ਕਰਦੇ ਆ ਉਹ ਕਿਸੇ ਸੁੰਨਸਾਨ ਜਗ੍ਹਾ ਤੇ ਨਹੀਂ ਕਰਦੇ। ਇਹ ਗੱਲ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਨਾ ਉਹਨਾਂ ਦੇ ਵਿਚਾਰ ਜੋ ਕਾਲਪਿਕ ਨਹੀਂ ਸੀਗੇ, ਇਮੈਜਿਨਰੀ ਨਹੀਂ ਸੀਗੇ। ਉਹਨਾਂ ਦਾ ਦਰਸ਼ਨ ਜਿਹੜਾ ਆ ਉਹ ਜਨਮ ਦਾ ਜਿਹੜਾ ਉਹਦਾ ਦਰਸ਼ਨ ਦਾ ਜਨਮ ਜਿਹੜਾ ਆ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਹਾਲਤਾਂ ਵਿੱਚ ਹੋਇਆ। ਜੋ ਸਾਰੇ ਦਰਸ਼ਕਾਂ ਨੂੰ ਪਤਾ ਹੈ, ਜਦੋਂ ਅਸੀਂ ਬਾਬਾ ਸਾਹਿਬ ਨੂੰ ਪੜ੍ਹਦੇ ਹਾਂ, ਜਦੋਂ ਉਹਨਾਂ ਨੇ ਭਾਰਤੀ ਬਹੁ ਸੰਖਿਆ ਸੋ-ਕੋਲ ਸ਼ੂਦਰਾਂ ਦੀ ਦੁੱਖ ਭਰੀ ਕਹਾਣੀਆਂ ਦਾ ਅਧਿਐਨ ਕੀਤਾ ਤੇ ਬਾਬਾ ਸਾਹਿਬ ਦਾ ਜੋ ਕੋਮਲ ਹਿਰਦਾ ਸੀ ਉਹ ਤੜਫ ਉੱਠਿਆ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਬਾਬਾ ਸਾਹਿਬ ਦਾ ਜਿਹੜਾ ਉਹ ਵਿਚਾਰ ਦਰਸ਼ਨ ਜਿਹੜਾ ਆ ਉਹਦਾ ਜਨਮ ਹੁੰਦਾ ਆ। ਤੇ ਜਿਹੜੀਆਂ ਕਿ ਧਾਰਮਿਕ ਸਮਾਜਿਕ ਬੁਰਾਈਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਤੱਕ ਸੀ। ਤੇ ਇਹਦੇ ਵਿੱਚ ਨਾਲ ਹੀ ਮੈਂ ਇੱਥੇ ਜ਼ਰੂਰ ਦਰਸ਼ਕਾਂ ਦੇ ਨਾਲ ਦੱਸਣਾ ਚਾਹੁੰਦਾ, ਜਿੱਦਾਂ ਤੁਸੀਂ ਹੁਣ ਬਹੁਤ ਸੋਹਣਾ ਮਤਲਬ ਮੈਨੂੰ ਪੁੱਛਿਆ ਕਿ ਇਹਦਾ ਪਿਛੋਕੜ। ਹੁਣ ਜਿਹੜਾ ਡਾਕਟਰ ਅੰਬੇਡਕਰ ਜੀ ਦੇ ਸਮਾਜ ਦਰਸ਼ਨ ਦਾ ਜਨਮ ਹੋਇਆ ਇਹਨਾਂ ਹਾਲਤਾਂ ਵਿੱਚ ਕਿ ਉਹਨਾਂ ਦੇ ਸਮਾਜਿਕ ਤੇ ਰਾਜਨੀਤਿਕ, ਆਰਥਿਕ, ਨੈਤਿਕ ਤੇ ਧਾਰਮਿਕ ਉਹਦੇ ਵਿੱਚੋਂ ਵਿਚਾਰ ਪੁੰਗਰੇ। ਹੁਣ ਇੱਥੇ ਆਪਾਂ ਉਹਦਾ ਪਿਛੋਕੜ ਦੀ ਗੱਲ ਕਰਦੇ ਹਾਂ ਜੀ। ਹੁਣ ਪਿਛੋਕੜ ਦੀ ਜਦੋਂ ਗੱਲ ਕਰਦੇ ਹਾਂ ਕਿ ਤੁਹਾਨੂੰ ਪਤਾ ਕਿ ਭਾਰਤ ਵਰਸ਼ ਬੁੱਧ ਤੋਂ ਪਹਿਲਾਂ ਤੇ ਬੁੱਧ ਧਰਮ ਦੇ ਖਤਮ ਹੋਣ ਤੋਂ ਬਾਅਦ ਇਹੋ ਜਿਹੇ ਧਾਰਮਿਕ ਸਮਾਜ ਹਾਲਾਤ ਰਹੇ ਹਨ ਕਿ ਜਿਨ੍ਹਾਂ ਕਰਕੇ ਕਰੋੜਾਂ ਲੋਕ ਭਾਰਤ ਦੇ ਜਿਹੜੇ ਆ ਉਹਨਾਂ ਨੂੰ ਦਬਾਇਆ ਗਿਆ, ਉਹਨਾਂ ਨੂੰ ਮਤਲਬ ਲਤਾੜਿਆ ਗਿਆ, ਪਛਾੜਿਆ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਅਸਲ ਸਮੱਸਿਆਵਾਂ ਨੂੰ ਕਿਸੇ ਨੇ ਵੀ ਨਹੀਂ ਸਮਝਿਆ ਜੀ। ਤੇ ਉੱਥੇ ਅਨੇਕਾਂ ਔਕੜਾਂ ਉਹਨਾਂ ਨੂੰ ਪੇਸ਼ ਆਈਆਂ ਤੇ ਉਹਨਾਂ ਨੂੰ ਸਮਝਾਉਣ ਦੇ ਯਤਨ ਕਿਸੇ ਮਤਲਬ ਮੈਂ ਇੱਥੇ ਇੱਕ ਹੋਰ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਵਿਚਾਰ ਜਿਹੜੇ ਸਮਾਜਿਕ ਆਏ ਆ ਵਿਚਾਰਵਾਨ, ਉਹਨਾਂ ਨੇ ਉਹਨਾਂ ਦੀਆਂ ਔਕੜਾਂ ਨੂੰ ਨਹੀਂ ਦੇਖਿਆ। ਤੇ ਪਰ ਕੁਝ ਸਮਾਜਿਕ ਸੁਧਾਰਕ ਜਿਹੜੇ ਸੀਗੇ, ਕੁਝ ਸਮਾਜਿਕ ਸੁਧਾਰਾਂ ਨੇ ਉਹਨਾਂ ਨੂੰ ਅਣਗੌਲੇ ਕੀਤਾ, ਉਹਨਾਂ ਸਿਰਫ ਪਾਵਰ ਦੀ ਗੱਲ ਕੀਤੀ। ਤਾਂ ਲੇਕਿਨ ਕੁਝ ਸਮਾਜ ਸੁਧਾਰਕ ਜਿਹੜੇ ਸੀਗੇ ਉਹਨਾਂ ਨੇ ਅਸਲੀ ਜਿਹੜਾ ਬਹੁਜਨ ਸਮਾਜ ਦੀਆਂ ਔਕੜਾਂ ਨੂੰ ਫਿਰ ਦੇਖਿਆ, ਉਹਨਾਂ ਤੇ ਗੌਰ ਕੀਤਾ, ਤੇ ਉਹਨਾਂ ਦੇ ਵਿੱਚੋਂ ਫਿਰ ਜਿਹੜੇ ਸੀਗੇ ਡਾਕਟਰ ਅੰਬੇਡਕਰ ਜੀ ਜਿਹੜੇ ਆ ਉਹ ਨੰਬਰ 1 ਤੇ ਪਹਿਲੇ ਨੰਬਰ ਤੇ ਉਹਨਾਂ ਦਾ, ਜਿਨ੍ਹਾਂ ਨੇ ਮਨੁੱਖੀ ਹੱਕਾਂ ਵਾਸਤੇ, ਇਸ ਕਰਕੇ ਅੱਜ ਅਸੀਂ ਜੋ ਮਨੁੱਖੀ ਹੱਕ ਮਾਣ ਰਹੇ ਹਾਂ ਤੇ ਬਾਬਾ ਸਾਹਿਬ ਦੀ ਕੁਰਬਾਨੀ ਤੇ ਮਿਹਨਤ ਦਾ ਸਦਕਾ ਹੈ। ਹੁਣ ਅਸੀਂ ਤੇ ਪੁਰਾਤਨ ਕਾਲ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਤੋਂ ਪਹਿਲਾਂ ਦੀ ਗੱਲ, ਮਤਲਬ ਬੁੱਧ ਤੋਂ ਪਹਿਲਾਂ ਦੀ ਤੇ ਬੁੱਧ ਦੇ ਮਹਾਪਰਿਨਿਰਵਾਣ ਤੋਂ, ਉਹਨਾਂ ਦਾ ਬੁੱਧ ਪਤਨ ਹੋਣ ਤੋਂ ਬਾਅਦ ਪੁਰਾਤਨ ਕਾਲ ਦੇ ਵਿੱਚ ਤੁਹਾਨੂੰ ਬੇਰੀ ਸਾਹਿਬ ਪਤਾ ਹੈ ਕਿ ਸਾਡਾ ਸਮਾਜ ਜਿਹੜਾ ਆ ਉੱਥੇ ਦੀਆਂ ਧਾਰਮਿਕ ਕਰਕੇ ਸਮਾਜਿਕ ਤੇ ਧਾਰਮਿਕ ਹਾਲਾਤਾਂ ਕਰਕੇ ਸਮਾਜ ਨੂੰ 4 ਹਿੱਸਿਆਂ ਵਿੱਚ ਵੰਡਿਆ ਹੈ ਜੀ। ਤਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਈ ਬ੍ਰਾਹਮਣ, ਇਹ ਜਿਹੜਾ ਰਿਗਵੇਦ ਦੇ ਵਿੱਚ ਪੁਰਸ਼ ਸੂਕਤਾ ਦੇ ਵਿੱਚ ਕਹਿੰਦੇ ਆ ਕਿ ਬ੍ਰਾਹਮਣ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜਾ ਉਹ 4 ਕਿਹਾ, ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਨੂੰ ਮਤਲਬ ਉਹਨਾਂ ਨੇ ਇੱਕ ਬਿਲਕੁਲ ਥੱਲੇ ਦਰਜੇ ਤੇ ਦਬਾ ਕੇ ਰੱਖਿਆ। ਤਾਂ ਇੱਥੇ ਜਦ ਇਹ ਜਿਹੜਾ ਪ੍ਰਾਤਨ ਉਹਨਾਂ ਦਾ ਆਇਆ ਕਿ ਉਹਨਾਂ ਨੇ ਸ਼ੂਦਰ ਨੂੰ ਪੂਰੀ ਤਰ੍ਹਾਂ ਦਬਾ ਕੇ ਰੱਖਿਆ। ਤੇ ਬ੍ਰਾਹਮਣੀ ਵਿਚਾਰਧਾਰਾ ਜਿਹੜਾ ਆ ਉਹ ਸਿਰਫ ਤੇ ਸਿਰਫ ਉਹ ਕਹਿੰਦਾ ਵੀ ਤੁਹਾਡੇ ਜਿੱਥੇ ਤੁਹਾਨੂੰ ਕੰਮ ਦਿੱਤੇ ਗਏ ਆ, ਬ੍ਰਾਹਮਣ ਨੂੰ, ਕਸ਼ਤਰੀ ਨੂੰ, ਵੈਸ਼ ਨੂੰ, ਸ਼ੂਦਰ ਨੂੰ, ਤੁਸੀਂ ਸਿਰਫ ਕੰਮ ਕਰੀ ਜਾਓ, ਲੇਕਿਨ ਅਧਿਕਾਰ ਦੀ ਮੰਗ ਨਾ ਕਰੋ, ਹੱਕ ਦੀ ਮੰਗ ਨਾ ਕਰੋ। ਲੇਕਿਨ ਜਦੋਂ ਜਿਹੜੀ ਹੱਕ ਦੀ ਅਧਿਕਾਰ ਦੀ ਮੰਗ ਆ, ਇਹ ਸੰਘਰਸ਼ ਨੂੰ ਹਵਾ ਦਿੰਦੀ ਹੈ। ਪਰ ਲੇਕਿਨ ਉਹ ਜਿਹੜਾ ਸਾਡਾ ਭਾਰਤੀ ਜਿਹੜਾ ਰੂੜੀਵਾਦੀ ਸਮਾਜ ਆ ਉਹ ਇਹ ਸੰਘਰਸ਼ ਚਾਹੁੰਦਾ ਨਹੀਂ, ਕਿ ਆਜ਼ਾਦੀ ਨਹੀਂ ਚਾਹੁੰਦਾ। ਤਾਂ ਇਸ ਕਰਕੇ ਮਤਲਬ ਇਹ ਉਹਦਾ ਜਿਹੜਾ ਪੁਰਾਤਨ ਸਮੇਂ ਦੇ ਵਿੱਚ ਸਾਡੇ ਹਾਲਾਤ ਸੀਗੇ, ਕੋਈ ਸਹੂਲਤ ਨਹੀਂ ਸੀ। ਤੇ ਉੱਥੋਂ ਫਿਰ ਇਹ ਕੀ ਹੋਇਆ ਕਿ ਜਿਹੜਾ ਇਹ ਪੁਰਾਤਨ ਕਾਲ ਦੇ ਵਿੱਚ ਜਿਹੜਾ ਇਹ ਵੀ ਖਤਮ ਹੋਇਆ, ਇਹਦੇ ਅਗੇਂਸਟ ਲੋਕ ਉੱਠੇ। ਕਿਉਂਕਿ ਉਹਦੀ ਜਿਹੜੀ ਇੱਕ ਚੀਜ਼ ਜਿਹੜੀ ਮੈਂ ਇੱਥੇ ਦੱਸਣਾ ਜ਼ਰੂਰੀ ਚਾਹਾਂਗਾ ਦਰਸ਼ਕਾਂ ਕਿ ਜਿਹੜੀ ਬ੍ਰਾਹਮਣ ਦਾ ਬੇਟਾ, ਅਗਰ ਉਹਦੇ ਕੋਈ ਸੂਝ ਨਹੀਂ, ਅਕਲ ਨਹੀਂ, ਕੋਈ ਪੜ੍ਹਾਈ ਨਹੀਂ, ਉਹ ਤਾਂ ਮਤਲਬ ਬ੍ਰਾਹਮਣ ਦਾ ਬ੍ਰਾਹਮਣ ਹੀ ਰਹਿੰਦਾ। ਤੇ ਲੇਕਿਨ ਇੱਕ ਸ਼ੂਦਰ ਦਾ ਬੇਟਾ ਜਿਹੜਾ ਆ ਉਹਦੇ ਕੋਲ ਸਿੱਖਿਆ ਵੀ ਹੈ, ਉਹਦੇ ਕੋਲ ਅਕਲ ਵੀ ਹੈ, ਸੂਝ ਵੀ ਹੈ, ਵਿਦਵਤਾ ਵੀ ਹੈ, ਲੇਕਿਨ ਉਹਨੂੰ ਤਰੱਕੀ ਦਾ ਰਸਤਾ ਨਹੀਂ ਮਿਲਦਾ। ਇਹ ਪੁਰਾਤਨ ਕਾਲ 'ਚ ਇਹ ਹਾਲਾਤ ਸੀਗੇ, ਸਮਾਜਿਕ ਬਣਤਰ ਇਹ ਸਮਾਜਿਕ ਬਣਤਰ ਇਹ ਸੀ। ਤੇ ਅਸੀਂ ਜਦੋਂ ਮਿਡੀਵੀਅਲ ਮੱਧਿਆ ਕਾਲ 'ਚ ਆਉਂਦੇ ਹਾਂ, ਉਦੋਂ ਕਿੱਦਾਂ ਦੇ ਹਾਲਾਤ ਸੀਗੇ?
ਹਾਂ, ਜਿਸ ਤਰ੍ਹਾਂ ਕਿ ਇਹ ਜੋ ਪ੍ਰਾਚੀਨ ਜੋ ਜਿੱਦਾਂ ਮੈਂ ਕਿਹਾ ਕਿ ਉਦੋਂ ਇਹ ਜਿਹੜਾ ਰੂੜੀਵਾਦੀ ਸਮਾਜ ਜਿਹੜਾ ਸੀ, ਉਹ ਸਮਾਜ ਦੀ ਤਰੱਕੀ ਸਿਰਫ 3 ਵਰਗ ਜਿਹੜੇ ਸੀ ਉਹ ਤਾਂ ਤਰੱਕੀ ਹੋ ਗਏ, ਲੇਕਿਨ ਜਿਹੜਾ ਇਹ ਪਛੜਿਆ ਵਰਗ ਜਿਹਨੂੰ ਸ਼ੂਦਰ ਜਾਂ ਟੱਚੇਬਲ ਵੀ ਕਿਹਾ ਜਾਂਦਾ ਹੈ, ਤੇ ਉਹ ਨਾ ਬਰਾਬਰੀ ਦਾ ਮਤਲਬ ਇੱਕ ਉਹਨਾਂ ਦੇ ਉੱਪਰ ਜ਼ੁਲਮ ਹੋਇਆ ਜੀ। ਤੇ ਹੁਣ ਤੱਕ ਫਿਰ ਇਦਾਂ ਹੋਇਆ ਕਿ ਵੀ ਜਦੋਂ ਇਹ ਸਾਰਾ ਕੁਝ ਦੇਖ ਕੇ ਤੇ ਇਹਦੇ ਵਿੱਚ ਫਿਰ ਜਿਹੜੇ ਮਹਾਂਪੁਰਸ਼ ਜਿਹੜੇ ਸੀਗੇ, ਕੁਝ ਮਹਾਂਪੁਰਸ਼ਾਂ ਨੇ ਸਮਾਜਿਕ ਤੇ ਧਾਰਮਿਕ ਸੁਧਾਰਾਂ ਬਾਰੇ ਬਹੁਤ ਹੀ ਅਸਰਦਾਰ ਅੰਦੋਲਨ ਕੀਤਾ। ਇਹ ਮੀਡੀਵਲ ਟਾਈਮ ਦੇ ਵਿੱਚ, ਇਹ ਜਿਹੜਾ ਮਤਲਬ ਮੱਧਕਾਲ ਉਹਦੇ ਵਿੱਚ ਮੈਂ ਜ਼ਰੂਰ ਨਾਂ ਲੈਣਾ ਚਾਹਾਂਗਾ ਜ਼ਰੂਰ ਤਥਾਗਤ ਬੁੱਧ, ਬੁੱਧ ਜਿਨੇ ਐਕਚੁਅਲੀ ਅਤੇ ਮਹਾਵੀਰ ਜੈਨ, ਜੈਨ, ਜਿਨ੍ਹਾਂ ਨੇ ਉਹ ਸਿਸਟਮ ਨੂੰ ਬੰਗਾਰਿਆ ਤੇ ਜੋ ਬ੍ਰਾਹਮਣਵਾਦੀ ਜੋ ਪ੍ਰਭੂ ਸੱਤਾ ਸੀਗਾ ਨਾ, ਉਹਨੂੰ ਹਿਲਾ ਕੇ ਰੱਖ ਦਿੱਤਾ ਜੀ। ਇਹਦੇ ਵਿੱਚ ਮਤਲਬ ਬੁੱਧ ਦਾ ਜਿਹੜਾ ਆ ਤੇ ਉਹਦਾ ਜਿਹੜਾ ਪ੍ਰਭੂ ਸੱਤਾ ਮਹਿਲ ਜਿਹੜਾ ਆ, ਉਹਦਾ ਜਿਹੜਾ ਰੂੜੀਵਾਦੀ ਸਮਾਜ ਦਾ ਉਹਨੂੰ ਤਹਿਸ ਨਹਿਸ ਕੀਤਾ। ਤੇ ਉਹਨਾਂ ਦੇ ਇੱਕ ਚੀਜ਼ ਇੱਥੇ ਜ਼ਰੂਰ ਹੈ ਕਿ ਮਹਾਮਾਨਵ ਬੁੱਧ ਦੀ ਕਰੁਣਾ, ਮੈਤਰੀ, ਗਿਆਨ ਦੇ ਫਲਸਫੇ ਸਾਰੇ ਗਰੀਬ ਹੈ ਸਹਾਰਾ ਜੋ ਸ਼ੂਦਰ ਕੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਨੂੰ ਇੱਕ ਧੀਰਜ ਮਿਲਿਆ ਜੀ, ਇੱਕ ਸ਼ਕਤੀ ਮਿਲੀ ਤੇ ਇੱਕ ਨਵੇਂ ਸਮਾਜ ਦੀ ਉਸਾਰੀ ਬੁੱਧ ਨੇ ਕੀਤੀ, ਜਿਸ ਵਿੱਚ ਸਾਰੇ ਹੀ ਮਨੁੱਖ ਬਰਾਬਰੀ ਤੇ ਆਜ਼ਾਦੀ ਦੇ ਹੱਕਦਾਰ ਹਨ ਜੀ। ਤੇ ਬ੍ਰਾਹਮਣੀ ਸਮਾਜ ਵਿੱਚ ਬਰਾਬਰਤਾ ਤੇ ਆਜ਼ਾਦੀ ਵਾਲੇ ਸਿਧਾਂਤ ਜਿਹੜਾ ਬ੍ਰਾਹਮਣ ਹੈ ਉਹ ਵਿਰੋਧ ਦੇ ਵਿੱਚ ਸੀ। ਤੇ ਇਹਦੇ ਨਾਲ ਫਿਰ ਬੁੱਧ ਨੂੰ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਕ ਆਜ਼ਾਦੀ ਚਾਹੁੰਦਾ, ਇੱਕ ਆਜ਼ਾਦੀ ਦੇਣਾ ਨਹੀਂ ਚਾਹੁੰਦਾ। ਤਥਾਗਤ ਬੁੱਧ ਨੂੰ ਵੀ ਬੜੀਆਂ ਔਕੜਾਂ ਦਾ ਸਾਹਮਣਾ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਤੇ ਬਾਕੀ ਜਿਹੜੇ ਸਮਾਜ ਸੁਧਾਰਾਂ ਤੇ ਅਧਿਆਤਮਿਕ ਸੁਧਾਰਾਂ ਨੂੰ ਫਿਰ ਉੱਭਰਿਆ, ਬੁੱਧ ਨੇ ਫਿਰ ਉਹਨੂੰ ਉਭਾਰਿਆ ਕਿ ਇਹ ਬੁੱਧ ਦੀ ਭੂਮਿਕਾ ਜਿਹੜੀ ਹੈ ਮੱਧਕਾਲ ਦੇ ਵਿੱਚ ਉਹ ਸਿਸਟਮ ਨੂੰ ਖਤਮ ਕਰਨ ਦੀ। ਤੇ ਪਰ ਲੇਕਿਨ ਬੁੱਧ ਧਰਮ ਦੇ ਪਤਨ ਤੋਂ ਬਾਅਦ, ਜਿਸ ਦਾ ਮੈਂ ਇੱਥੇ ਜ਼ਰੂਰ ਰੱਖਾਂਗੇ ਕਿ ਉਹਦੇ ਪਤਨ ਤੋਂ ਬਾਅਦ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਦੋਂ ਬੋਧੀ ਰਾਜਾ ਵਿਰਥਰਥ ਦਾ ਕਤਲ ਪੁਸ਼ਮਿਤ ਸੁੰਗ ਨੇ ਕਰਕੇ ਤੇ ਉਹ ਦੁਬਾਰਾ ਫਿਰ ਰੂੜੀਵਾਦੀ ਸਿਸਟਮ ਨੂੰ ਲਾਗੂ ਕਰਕੇ ਤੇ ਉਹ ਫਿਰ ਉਹ ਜਿਹੜਾ ਵਰਨ ਅਵਸਥਾ ਸੀ ਉਹਨੂੰ ਸਥਾਪਿਤ ਕਰਕੇ ਤੇ ਸ਼ੂਦਰਾਂ ਦੀ ਜੋ ਸ਼ੋਕੋਲ ਜਿਹੜੇ ਜਿਨ੍ਹਾਂ ਨੇ ਜੋ ਬੋਧੀ ਸੀਗੇ ਉਹਨਾਂ ਦੇ ਕਤਲ ਹੋਏ, ਉਹਨਾਂ ਦੇ ਜਿਹੜੇ ਭਿਕਸ਼ੂ ਸੀ ਉਹਨਾਂ ਦੇ ਸਿਰਾਂ ਦੇ ਉੱਪਰ ਮੁੱਲ ਰੱਖੇ ਗਏ। ਤਾਂ ਉਦੋਂ ਫਿਰ ਇਹ ਦੁਬਾਰਾ ਫਿਰ ਉਹ ਜਿਹੜਾ ਸਿਸਟਮ ਪੁਰਾਣਾ ਜਿਹੜਾ ਰੂੜੀਵਾਦੀ ਉਹਨੂੰ ਦੁਬਾਰਾ ਰਿਵਾਈਵ ਕੀਤਾ ਗਿਆ। ਤੇ ਇਹ ਜਿਹੜੇ ਜਿੰਨੇ ਵੀ ਛੂਤ ਜਾਂ ਜਿਹੜੇ ਸ਼ੂਦਰ ਤੇ ਅਛੂਤ ਕਹੇ ਜਾਣ ਲੋਕ ਆ, ਉਹਨਾਂ ਦਾ ਫਿਰ ਉਹ ਜਿਹੜੀ ਆ ਦੁੱਖਾਂ ਦੀ ਕਹਾਣੀ ਬਣ ਜਾਂਦੀ ਆ। ਇਹ ਮਤਲਬ ਉਹਦਾ ਆ ਜਾਂਦਾ ਮੱਧਕਾਲ। ਤੇ ਇਦੋਂ ਬਾਅਦ ਫਿਰ ਆਪਾਂ ਗੱਲ ਕਰਦੇ ਹਾਂ ਮੱਧਕਾਲ ਇਹ ਤੋਂ ਬਾਅਦ ਫਿਰ ਆਪਾਂ ਆ ਜਾਂਦੇ ਹਾਂ ਮੌਜੂਦਾ ਟਾਈਮ, ਮਾਡਰਨ ਟਾਈਮ ਦੇ ਵਿੱਚ। ਹੁਣ ਮਾਡਰਨ ਟਾਈਮ ਦੇ ਵਿੱਚ ਇਹਦੇ 'ਚ ਮੈਂ ਇੱਕ ਹੋਰ ਦੱਸੂਗਾ ਕਿ ਮੱਧਕਾਲ ਦੇ ਵਿੱਚ ਆਉਂਦਾ ਇਹ ਕਿ ਪ੍ਰਾਚੀਨ ਦੇ ਵਿੱਚ, ਤੇ ਉਦੋਂ ਬਾਅਦ ਆਪਣੇ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਇਸਲਾਮ ਵੀ ਆਇਆ। ਲੇਕਿਨ ਇਸਲਾਮ ਦੇ ਕਰਕੇ ਵੀ ਜਿਹੜਾ ਬਹੁਜਨ ਸਮਾਜ ਜੋ ਦੁਖੀ ਸੀ, ਉਹਦਾ ਕੋਈ ਵੀ ਉਹਨਾਂ ਦਾ ਕੋਈ ਰਸਤਾ ਨਹੀਂ ਨਿਕਲਿਆ। ਉਹ ਦੁਖੀ ਦਾ ਦੁਖੀ ਰਿਹਾ, ਉਹਨਾਂ ਦੇ ਹਾਲਾਤ ਨਹੀਂ ਸਮਾਜਿਕ ਨਿਆਂ ਨਹੀਂ ਮਿਲਿਆ। ਉਹਦੇ ਕਾਰਨ ਵੀ ਹੈਗੇ ਆ, ਕਿਉਂਕਿ ਉੱਥੇ ਕਿ ਭਾਰਤ ਦੇ ਵਿੱਚ ਇੱਕ ਲਹਿਰ ਚੱਲੀ, ਕੁਛ ਤਾਂ ਬਹੁਤ ਅੱਛੇ ਮਤਲਬ ਸੁਧਾਰਕ ਵੀ ਆਏ ਇਸਲਾਮ ਦੇ ਵਿੱਚ ਜਿਨ੍ਹਾਂ ਨੇ ਸੁਧਾਰ ਕੀਤਾ, ਤੇ ਕੁਛ ਜਿਹੜੇ ਕੱਟੜ ਸੀਗੇ ਉਹਨਾਂ ਨੇ ਜ਼ਬਰਦਸਤੀ ਨਾਲ ਹਿੰਦੂਆਂ ਔਰ ਬੋਧੀਆਂ ਨੂੰ ਕਨਵਰਟ ਕੀਤਾ। ਹੁਣ ਇਹਦੇ ਵਿੱਚ ਜਦੋਂ ਹਿੰਦੂਆਂ ਦੀ ਆਪਾਂ ਗੱਲ ਕਰਦੇ, ਬ੍ਰਾਹਮਣਵਾਦ ਜਿਹੜਾ ਸੀ ਉਹ ਫਿਰ ਉਹਦੇ ਵਿੱਚ ਆਇਆ, ਤੇ ਬ੍ਰਾਹਮਣਵਾਦ ਨੇ ਫਿਰ ਜਾਤ-ਪਾਤ ਨੂੰ ਬੜਾਵਾ ਦਿੱਤਾ। ਤੇ ਇਸ ਕਰਕੇ ਜਿਹੜਾ ਫਿਰ ਗਰੀਬਾਂ ਦੀ ਹਾਲਤ ਜਿਹੜੀ ਸੀ, ਉਹਨਾਂ ਦੇ ਬੁੱਧ ਦੀ ਜਿਹੜੇ ਮੈਤਰੀ ਦੇ ਜਿਹੜੇ ਜੋ ਸੰਦੇਸ਼ ਸੀ, ਹੌਲੀ ਹੌਲੀ ਉੱਥੋਂ ਖਤਮ ਹੋਣੇ ਸ਼ੁਰੂ ਹੋਏ ਤੇ ਜਾਤ-ਪਾਤ ਜਿਹੜੀ ਆ ਦੁਬਾਰਾ ਸ਼ੁਰੂ ਹੋ ਜਾਂਦੀ। ਤੇ ਉਹਦੇ ਨਾਲ ਹੀ ਮੈਂ ਇੱਥੇ ਜ਼ਰੂਰ ਰੱਖਾਂਗਾ ਕਿ ਇਹ ਜਿਹੜਾ ਜਦੋਂ ਸੀ ਤੇ ਇਹਦੇ ਇਸ ਕਾਲ ਦੇ ਵਿੱਚ ਮੈਂ ਮੱਧਕਾਲ ਦੀ ਥੋੜ੍ਹੀ ਜਿਹੀ ਮੈਂ ਹੋਰ ਤੁਹਾਨੂੰ ਦੱਸਾਂਗਾ। ਇਹਦੇ ਵਿੱਚ ਫਿਰ ਸਾਡੇ ਕਈ ਮਹਾਂਪੁਰਸ਼ ਆਏ ਜਿਨ੍ਹਾਂ ਨੇ ਉਸ ਸਮਾਜ ਦੇ ਅਗੇਂਸਟ ਆਪਣੇ ਆਵਾਜ਼ ਬੁਲੰਦ ਕੀਤੀ। ਉਹਨਾਂ ਦੇ ਵਿੱਚ ਮੈਂ ਨਾਂ ਜ਼ਰੂਰ ਲੈਣਾ ਚਾਹਾਂਗਾ, ਚਕਰਾਤਰ, ਰਾਮਾਨੰਦ, ਕਬੀਰ, ਨਾਨਕ, ਚੈਤਨਿਆ, ਤੁਕਾਰਾਮ, ਗੁਰੂ ਰਵਿਦਾਸ, ਨੰਦਨਾਰ, ਚੋਖਾ ਮੇਲਾ। ਉਸ ਟਾਈਮ ਦੇ ਸਮਾਜ ਸੁਧਾਰਕ ਹੋਏ ਮੱਧਕਾਲ ਦੇ ਵਿੱਚ ਫਿਰ ਇਹ ਪੈਦਾ ਹੋਏ ਕਿ ਤੇ ਇਹਨਾਂ ਨੇ ਜਿੱਦਾਂ ਕਿ ਉਹਨਾਂ ਦੇ ਅਛੂਤਾਂ ਦੀ ਹਾਲਤ ਦੇਖੀ ਤਾਂ ਇਹਨਾਂ ਨੇ ਸਮਾਜ ਨੂੰ ਵਿਗਾੜਿਆ।
ਤੇ ਜਿਹੜਾ ਜਿੱਦਾਂ ਕਿ ਉਹਨਾਂ ਨੂੰ ਖੂਹਾਂ ਤੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਮਤਲਬ ਜਿਹੜੇ ਮਕਾਨ ਹੈ ਬਾਹਰ ਉਹਨਾਂ ਨੂੰ ਪਿੰਡਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਨਾ। ਇਹਨਾਂ ਨੇ ਬੜਾ ਉਹਨਾਂ ਵਾਸਤੇ ਮਤਲਬ ਜਦੋਜਹਿਦ ਕੀਤੀ, ਪਰ ਫਿਰ ਵੀ ਉਹ ਜਿਹੜਾ ਉਸ ਸਿਸਟਮ ਦੇ ਵਿੱਚ ਛੂਤ ਜਿਹੜਾ ਆ ਉਹਦੇ ਹਾਲਾਤ ਜਿਹੜੇ ਆ ਬਿਹਤਰ ਨਹੀਂ ਹੋਏ, ਕਿਉਂਕਿ ਕੋਸ਼ਿਸ਼ ਤਾਂ ਕੀਤੀ ਆ ਲੇਕਿਨ ਉਹਨਾਂ ਦਾ ਉੱਥੇ ਵੀ ਕੋਈ ਉਹਨਾਂ ਦਾ ਸੁਧਾਰ ਨਹੀਂ ਹੋਇਆ। ਤਾਂ ਇੱਥੇ ਫਿਰ ਜਿਹੜਾ ਇੱਥੇ ਹੋਰ ਸਗੋਂ ਪੱਕੀ ਹੋ ਗਈ ਕਿ ਈਵਨ ਜਿਹੜਾ ਸ਼ੂਦਰ ਜਾਂ ਮਸ਼ਹੂਰ ਲੋਕ ਸੀ ਉਹਨਾਂ ਦੇ ਪਰਛਾਵੇਂ ਤੋਂ ਵੀ ਲੋਕ ਭਿੱਟ ਹੋਣ ਲੱਗ ਪਏ, ਕਹਿੰਦੇ ਵੀ ਇਹਨਾਂ ਦਾ ਪਰਛਾਵਾਂ ਵੀ ਜਿਹੜਾ ਆ ਉਹ ਸਾਡੇ ਲਈ ਉਹ ਵੀ ਨਹੀਂ ਚਾਹੀਦਾ। ਤਾਂ ਉਹਨਾਂ ਕੋਲ ਜਿਹੜੀ ਆ ਦੁੱਧ ਰੱਖਣ ਵਾਲੇ ਪਸ਼ੂ ਨਹੀਂ ਰੱਖ ਸਕਦੇ ਤੇ ਬਾਕੀ ਆਪਣੇ ਜਿਹੜੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਹੋਰ ਸਿੱਖਿਆ ਦੇ ਦਰਵਾਜ਼ੇ ਉਹਨਾਂ ਦੇ ਬੰਦ ਕਰ ਦਿੱਤੇ। ਤਾਂ ਇਸੇ ਤਰ੍ਹਾਂ ਕਰਦੇ ਕਰਦੇ ਤਾਂ ਇਹ ਜਿਹੜੀ ਮਤਲਬ ਉਸ ਕਾਲ ਦੇ ਵਿੱਚ ਵੀ ਕੋਈ ਪੂਰਾ ਉਹਨਾਂ ਦਾ ਸੁਧਾਰ ਨਹੀਂ ਹੋਇਆ। ਤੇ ਹੁਣ ਅਸੀਂ ਆਧੁਨਿਕ ਕਾਲ ਦੇ ਵਿੱਚ ਆ ਜਾਂਦੇ ਹਾਂ। ਇਹਦੇ ਵਿੱਚ ਈਸਾਈ ਧਰਮਾਂ ਦਾ ਕ੍ਰਿਸਚੀਅਨਿਟੀ ਆ ਜਾਂਦੀ, ਲੇਕਿਨ ਕ੍ਰਿਸਚੀਅਨਿਟੀ ਜਿਹੜੀ ਆ ਉਹਨੇ ਭਾਰਤੀ ਸਮਾਜਿਕ ਨੂੰ ਰਾਜਨੀਤਿਕ ਤੇ ਧਾਰਮਿਕ ਹਾਲਾਤਾਂ ਦਾ ਅਧਿਐਨ ਕਰਕੇ ਪਰ ਉਹਨਾਂ ਵਿਦਵਾਨਾਂ ਨੇ ਸਿਰਫ ਆਰਥਿਕ ਤੇ ਰਾਜਨੀਤਿਕ ਕੰਮਾਂ ਦੇ ਵਿੱਚ ਹੀ ਜ਼ੋਰ ਦਿੱਤਾ, ਲੇਕਿਨ ਸ਼ੂਦਰ ਦੇ ਹਾਲਾਤਾਂ ਬਾਰੇ ਜਾਂ ਜਿਹੜਾ ਸਮਾਜ ਜਿਹੜਾ ਜਿਸ ਬੁਰਾਈਆਂ ਦਾ ਸਾਹਮਣਾ ਕਰ ਰਿਹਾ ਸੀ ਉਹਦੇ ਵਿੱਚ ਜਾਤ ਪਾਤ ਵਰਨ ਵਿਵਸਥਾ ਜਿਹੜੀ ਆ ਉਹ ਕਾਇਮ ਰਹੀ ਆ, ਕਿਉਂਕਿ ਉਹਨਾਂ ਨੇ ਉਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ। ਇੱਥੇ ਗੱਲ ਨੋਟ ਕਰਨ ਵਾਲੀ ਆ ਵਿਰਦੀ ਸਾਹਿਬ, ਈਸਾਈ ਨੇ ਵੀ ਕਨਵਰਸ਼ਨ ਸ਼ੁਰੂ ਕੀਤੀ। ਅੱਛਾ ਜੀ। ਉਹਦੇ ਵਿੱਚ ਵੀ ਹਿੰਦੂ ਤੇ ਹੋਰ ਲੋਕ ਜਿਹੜੇ ਆ ਉਹ ਈਸਾਈਆਂ ਦੇ ਵਿੱਚ ਹੀ ਆਏ, ਲੇਕਿਨ ਉਹਨਾਂ ਨੇ ਜਾਤ ਪਾਤ ਦਾ ਕੋਡ ਜਿਹੜਾ ਆ ਉਹ ਕ੍ਰਿਸਚੀਅਨਿਟੀ ਦੇ ਵਿੱਚ ਵੀ ਲੈ ਆਂਦਾ। ਅੱਛਾ ਜੀ। ਤਾਂ ਇੱਥੋਂ ਫਿਰ ਉਹ ਜਿਹੜੀਆਂ ਬੁਰਾਈਆਂ ਸੀਗੀਆਂ ਉਹ ਦੂਰ ਨਹੀਂ ਹੋ ਸਕੀਆਂ। ਇੱਥੋਂ ਤੱਕ ਤਾਂ ਵੀ ਇਹ ਵੀ ਹੋਇਆ ਕਿ ਜਿਹੜੇ ਛੂਤ ਆ ਉਹਨਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਉਹਨੇ। ਇੱਕ ਤਾਂ ਕਹਿੰਦੇ ਵੀ ਉਹਨਾਂ ਦੇ ਪਰਛਾਵੇਂ ਨਾਲ ਵੀ ਭਿੱਟ ਜਾਂਦੇ ਆ, ਤਾਂ ਇੱਕ ਉਹਨਾਂ ਦੇ ਛੂਹਣ ਦੇ ਨਾਲ ਵੀ, ਤਾਂ ਇੱਕ ਕਹਿੰਦੇ ਵੀ ਉਹਨਾਂ ਦਾ ਜੇ ਦੇਖਣ ਨਾਲ ਵੀ ਸਾਨੂੰ ਮਹਾਪਾਪ ਲੱਗ ਜਾਂਦਾ। ਮਤਲਬ ਅਖੀਰਲੇ ਦਿਨਾਂ ਤੱਕ ਜੋ ਛੂਤ ਸੀਗੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ, ਉਹਨਾਂ ਨੂੰ ਖੂਹਾਂ ਤੋਂ ਪਾਣੀ ਭਰਨਾ ਵੀ ਬੰਦ ਕਰ ਦਿੱਤਾ ਗਿਆ ਤੇ ਆਸ਼ਰਮਾਂ ਤੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ। ਸੋ ਇਹ ਤੁਸੀਂ ਦੱਸ ਰਹੇ ਸੀ ਵੀ ਮਾਡਰਨ ਟਾਈਮ ਤੋਂ ਕੋਈ ਕ੍ਰਿਸਚੀਅਨਿਟੀ ਤੋਂ ਬਾਅਦ ਆਉਣ ਤੇ ਵੀ ਕੋਈ ਇੰਨਾ ਫਰਕ ਨਹੀਂ ਪਿਆ। ਸਾਥੀਓ ਲੋਟਸ ਟੀਵੀ ਦੇਖ ਰਹੇ, ਹੁਣ ਸਾਡਾ ਬ੍ਰੇਕ ਦਾ ਟਾਈਮ ਹੋ ਗਿਆ। ਬਹੁਤ ਜਲਦੀ ਅਸੀਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਤੁਸੀਂ ਕਿਤੇ ਜਾਣਾ ਨਹੀਂ। ਸੀ ਯੂ ਆਫਟਰ ਦਾ ਬ੍ਰੇਕ। ਥੈਂਕਸ। ਸਾਥੀਓ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਜੀ ਦਾ ਸਵਾਗਤ ਹੈ। ਉਮੀਦ ਹੈ ਆਪਨੇ ਕੋਈ ਚਾਹ ਪਾਣੀ ਪੀ ਲਿਆ ਹੋਊਗਾ, ਤਾਂ ਅਸੀਂ ਆਪਣੀ ਗੱਲਬਾਤ ਨੂੰ ਅੱਗੇ ਕੰਟੀਨਿਊ ਰੱਖਦੇ ਹਾਂ। ਜਿਵੇਂ ਕਿ ਦੇਵ ਸੁਮਨ ਨੇ ਦੱਸਿਆ, ਪੁਰਾਣੇ ਟਾਈਮ ਦੇ ਵਿੱਚ, ਐਂਸ਼ੀਅੰਟ ਟਾਈਮ ਦੇ ਵਿੱਚ, ਮਿਡੀਵਲ ਟਾਈਮ ਦੇ ਵਿੱਚ, ਮਾਡਰਨ ਟਾਈਮ ਦੇ ਵਿੱਚ ਸਮਾਜ ਦੇ ਕਿਹੋ ਜਿਹੇ ਹਾਲਾਤ ਸੀਗੇ। ਜੋ ਬਹੁਜਨ ਸਮਾਜ ਸੀਗਾ ਉਸ ਦੇ ਹਾਲਾਤ ਕੋਈ ਮਾੜੇ ਜਿਹੇ ਵੀ ਨਹੀਂ ਸੁਧਰੇ। ਈਵਨ ਮਿਡੀਵਲ ਟਾਈਮ ਦੇ ਵਿੱਚ ਆ ਕੇ, ਮੱਧਿਆ ਕਾਲ ਦੇ ਵਿੱਚ ਆ ਕੇ ਸਮਾਂ ਹੋਰ ਸਖਤੀ ਜੋ ਜਾਤ ਪਾਤ ਸੀ ਹੋਰ ਜਿਹਨੂੰ ਸਟ੍ਰਿਕਟ ਕੀਤਾ ਗਿਆ। ਮਨੂ ਦਾ ਜੋ ਰੂਲਸ ਲਾਗੂ ਹੋਏ ਉਸ ਪੀਰੀਅਡ ਦੇ ਵਿੱਚ ਆ ਕੇ ਹੋਰ ਪੱਕੇ ਕੀਤੇ, ਹੋਰ ਸਜ਼ਾਵਾਂ ਉਹਨਾਂ ਲਈ ਕੀਤੀਆਂ, ਹੋਰ ਬਹੁਜਨ ਸਮਾਜ ਦਾ ਲੋਕਾਂ ਦਾ ਜੀਣਾ ਹਰਾਮ ਕੀਤਾ। ਸੋ ਇਹਨਾਂ ਚੀਜ਼ਾਂ ਸਾਰੀਆਂ ਦਾ ਡੈਫੀਨੇਟਲੀ ਬਾਬਾ ਸਾਹਿਬ ਇੱਕ ਬਹੁਤ ਵੱਡੇ ਸੋਸ਼ਲ ਫਿਲਾਸਫਰ ਹੋਏ ਹੈਗੇ ਆ। ਇਹ ਭਾਰਤ ਦੇ ਇਤਿਹਾਸ ਦਾ ਬਹੁਤ ਗਹਿਰਾ ਅਸਰ ਪਿਆ ਹੋਊਗਾ। ਇਹਨਾਂ ਹਾਲਾਤਾਂ ਨੂੰ ਦੇਖ ਕੇ ਹੀ ਬਾਬਾ ਸਾਹਿਬ ਨੇ ਜੋ ਆਪਣੀ ਜੋ ਸਮਾਜ ਨੂੰ ਸਿਰਜਣਾ ਕਰਨਾ ਚਾਹੁੰਦੇ ਸੀ, ਉਹਨਾਂ ਦੀ ਥਿੰਕਿੰਗ ਹੋਊਗੀ। ਮੈਂ ਸੁਮਨ ਜੀ, ਜਿੱਦਾਂ ਕਿ ਆਪਾਂ ਬਾਬਾ ਸਾਹਿਬ ਦੀ ਸੋਸ਼ਲ ਫਿਲਾਸਫੀ ਬਾਰੇ ਡਿਸਕਸ, ਇਹਨਾਂ ਹਾਲਾਤਾਂ ਦਾ ਬਾਬਾ ਸਾਹਿਬ 'ਤੇ ਵੀ ਅਸਰ ਪਿਆ? ਅਗਰ ਪਿਆ ਤਾਂ ਉਹਨਾਂ ਨੇ ਇਹਨਾਂ ਤੋਂ ਕੀ ਸਿੱਖਿਆ ਲੈ ਕੇ ਕਿਹੋ ਜਿਹੇ ਸਮਾਜ ਦੀ ਇੱਕ ਨਵੀਂ ਸਾਜਨਾ ਕੀਤੀ? ਇੱਥੇ ਜ਼ਰੂਰ ਹੈ ਕਿ ਜਿੱਦਾਂ ਮੈਂ ਆਪਾਂ ਮਤਲਬ ਪੁਰਾਤਨ ਕਾਲ, ਮੱਧਿਆ ਕਾਲ ਤੇ ਆਧੁਨਿਕ ਕਾਲ ਦੇ ਵਿੱਚ ਆ ਗਏ ਆਪਾਂ। ਮਤਲਬ ਜਿੱਦਾਂ ਹੁਣ ਇੱਥੇ ਆ ਕੇ ਤੁਸੀਂ ਦੇਖਿਆ ਹੋਵੇਗਾ ਕਿ ਜੇ ਤੁਸੀਂ ਹਿਸਟਰੀ ਨੂੰ ਆਪਾਂ ਪੜ੍ਹਦੇ ਹਾਂ ਤਾਂ ਈਵਨ ਬ੍ਰਿਟਿਸ਼ ਰਾਜ ਦੇ ਆਖਰੀ ਦਿਨਾਂ ਤੱਕ ਵੀ ਸੋ ਕੋਲਡ ਛੂਤ ਜਾਂ ਸ਼ੂਦਰ ਕਹਿਲਾ ਜਾਣ ਵਾਲੇ ਲੋਕ ਜਿਹੜੇ ਸੀ, ਉਹਨਾਂ ਦੀ ਹਾਲਾਤ ਜਿਹੜੀ ਆ ਮਤਲਬ ਤਰਸਯੋਗ ਜ਼ੁਲਮਾਂ ਨਾਲ ਘਿਰੀ। ਮਤਲਬ ਉਹਨਾਂ 'ਤੇ ਇੰਨੇ ਵੱਡੇ ਜ਼ੁਲਮ ਤੇ ਬਾਬਾ ਸਾਹਿਬ ਨੂੰ ਆਪਣੇ ਆਪ ਵੀ ਝੱਲਣੇ ਪਏ, ਕਿਉਂਕਿ ਇਹ ਤੇ ਇੱਥੇ ਮਤਲਬ ਜਦੋਂ ਆਪਾਂ ਬਾਬਾ ਸਾਹਿਬ ਨੂੰ ਪੜ੍ਹਦੇ ਹਾਂ ਤਾਂ ਬਾਬਾ ਸਾਹਿਬ ਨੇ ਇਹ ਬ੍ਰਿਟਿਸ਼ ਰਾਜ ਦੇ ਜਿਹੜੇ ਲੋਕ ਸੀ, ਨੇਤਾ ਸੀਗੇ, ਉਹਨਾਂ ਨੂੰ ਵੀ ਇੱਕ ਲਾਮਾ ਦਿੱਤਾ ਸੀ ਵੀ ਤੁਹਾਡੇ 150 ਸਾਲ
ਇੱਥੇ ਰਾਜ ਕਰਨ ਦਾ ਵੀ ਸਾਨੂੰ ਕੀ ਫਾਇਦਾ ਹੋਇਆ ਹੋਇਆ ਵੀ ਇੱਕ ਜਿਹੜਾ ਬਹੁਜਨ ਸਮਾਜ ਆ ਭਾਰਤ ਦਾ, ਜਿਹੜਾ ਛੂਤ ਸਮਾਜ, ਸੋ ਕੋਲਡ ਸ਼ੂਦਰ ਸਮਾਜ ਆ, ਉਹਨਾਂ ਨੂੰ ਤਾਂ ਖੂਹਾਂ ਤੋਂ ਪਾਣੀ ਵੀ ਨਹੀਂ ਭਰਨ ਦਿੱਤਾ ਜਾ ਰਿਹਾ, ਰਸਤਿਆਂ ਤੇ ਚੱਲਣਾ ਨਹੀਂ ਦੇ ਰਿਹਾ, ਸਕੂਲਾਂ ਦੇ ਵਿੱਚ ਉਹਨਾਂ ਲਈ ਕੁਛ ਨਹੀਂ ਹੈ, ਰਾਜਨੀਤੀ ਦੇ ਵਿੱਚ ਉਹਨਾਂ ਨੂੰ ਕੁਛ ਨਹੀਂ, ਕੋਈ ਹਿੱਸਾ ਨਹੀਂ ਹੈ, ਤੇ ਵੀ ਤੁਹਾਡੇ ਆਉਣ ਦਾ ਵੀ ਅਸੀਂ ਤਾਂ ਗੁਲਾਮ ਦੇ ਗੁਲਾਮ ਹੀ ਰਹੇ। ਤਾਂ ਇਹ ਹਾਲਤ ਜਿਹੜੇ ਸੀ ਇਹ ਉਸ ਸਮੇਂ ਦੇ। ਤਾਂ ਹੁਣ ਇੱਥੇ ਹੁਣ ਜਿੱਦਾਂ ਆਪਾਂ ਗੱਲ ਕੀਤੀ ਕਿ ਬਾਬਾ ਸਾਹਿਬ ਜੀ ਦਾ ਜਨਮ ਜੀ 14 ਅਪ੍ਰੈਲ 1891 ਨੂੰ ਬਾਬਾ ਸਾਹਿਬ ਦਾ ਜਨਮ ਹੁੰਦਾ, ਤੇ ਉਹ ਕਿਹੜੀ ਸਮਾਜਿਕ ਤੇ ਧਾਰਮਿਕ ਹਾਲਤਾਂ ਵਿੱਚ ਹੁੰਦਾ ਆ, ਤੇ ਉੱਥੋਂ ਫਿਰ ਇਹ ਆ ਕਿ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੀਆਂ ਹਾਲਾਤ ਸੀਗੇ ਛੂਤਾਂ ਦੇ ਜਾਂ ਸ਼ੂਦਰਾਂ ਦੇ, ਤਾਂ ਉਹ ਇਸ ਤਰ੍ਹਾਂ ਦੇ ਬੁਰੀ ਹਾਲਤ ਸੀ ਜਿਨ੍ਹਾਂ ਹਾਲਤਾਂ ਦੇ ਵਿੱਚ ਬਾਬਾ ਸਾਹਿਬ ਦਾ ਜਨਮ ਹੋਇਆ। ਤਾਂ ਇਸ ਕਰਕੇ ਉਹ ਜਿਸ ਜਾਤ ਦੇ ਵਿੱਚ ਜਿਹੜੀਆਂ ਜਾਤ ਸਿਸਟਮ ਸੀਗਾ ਉਹਦੇ 'ਚ ਪੈਦਾ ਜਿਹਦੇ 'ਚ ਹੋਏ ਆ, ਉਹਨਾਂ ਦੀ ਵੀ ਬੁਰੀ ਹਾਲਤ ਸੀਗੀ, ਉਹਨਾਂ ਨੂੰ ਵੀ ਕੋਈ ਮਾਨਵ ਅਧਿਕਾਰ, ਮਨੁੱਖੀ ਅਧਿਕਾਰ ਨਹੀਂ, ਕੋਈ ਹਿਊਮਨ ਰਾਈਟਸ ਨਹੀਂ ਸੀਗਾ। ਤਾਂ ਇਹਦਾ ਅਸਰ ਪੈਣਾ ਜ਼ਰੂਰੀ ਸੀ ਬਾਬਾ ਸਾਹਿਬ 'ਤੇ, ਬਿਲਕੁਲ, ਕਿਉਂਕਿ ਉਹ ਬਾਬਾ ਸਾਹਿਬ ਨੇ ਉਹ ਹਾਲਾਤ ਜਿਹੜੇ ਸਮਾਜਿਕ ਤੇ ਧਾਰਮਿਕ ਹਾਲਾਤਾਂ ਨੂੰ ਉਹਦੇ ਵਿੱਚ ਪੈਦਾ ਹੋਏ, ਤੇ ਇਹਦਾ ਉਹਨਾਂ 'ਤੇ ਅਸਰ ਪੈਣਾ ਜ਼ਰੂਰੀ ਸੀਗਾ। ਤਾਂ ਜਿਹੜਾ ਫਿਰ ਉਹਨਾਂ ਦਾ ਜਿਹੜਾ ਵਿਸ਼ਾ ਫਿਰ ਚਿੰਤਨ ਦਾ ਵਿਸ਼ਾ ਆ, ਤਾਂ ਉਸੇ ਸਮਾਜ ਨੇ ਬਣਨਾ ਸੀ ਕਿ ਇਹ ਸਮਾਜ ਨੂੰ ਸੁਧਾਰਿਆ ਕਿੱਦਾਂ ਜਾ ਸਕਦਾ, ਤਜਰਬੇ ਤੋਂ ਬਣਨਾ, ਉਹ ਤਜਰਬੇ ਤੋਂ ਬਣਨਾ ਸੀ। ਤਾਂ ਇਸ ਕਰਕੇ ਫਿਰ ਜਿਹੜਾ ਬਾਬਾ ਸਾਹਿਬ ਦਾ ਵਿਸ਼ਾ ਜਿਹੜਾ ਆ ਉਸੇ ਸਮਾਜ ਵਿੱਚ ਪੈਦਾ ਹੋਇਆ ਜਿਸ ਸਮਾਜ ਦੇ ਵਿੱਚ ਉਹ ਪੈਦਾ ਹੋਏ, ਤੇ ਉਸੇ ਸਮਾਜ ਢਾਂਚੇ ਨੂੰ ਫਿਰ ਬਾਬਾ ਸਾਹਿਬ ਨੇ ਫਿਰ ਉਹਨਾਂ ਨੇ ਸਾਰਾ ਆਪਣੇ ਹੰਡਾਇਆ ਉਹਨੂੰ, ਤੇ ਉਸੇ ਹਿਸਾਬ ਦੇ ਨਾਲ ਫਿਰ ਜਿਹੜਾ ਭਾਰਤ ਦਾ ਜਿਹੜਾ ਸਮਾਜਿਕ ਢਾਂਚਾ ਸੀ ਉਹਨੂੰ ਫਿਰ ਸੁਧਾਰਨ ਦੀ ਬਾਬਾ ਸਾਹਿਬ ਕੋਸ਼ਿਸ਼ ਕਰਦੇ ਆ। ਉੱਥੇ ਫਿਰ ਉਹਨਾਂ ਦੇ ਜਿਹੜੇ ਵਿਚਾਰਾਂ ਦਾ ਵਿਕਾਸ ਹੁੰਦਾ, ਅਨੇਕ ਤਰ੍ਹਾਂ ਦੇ ਵਿਚਾਰਾਂ ਦਾ ਹੁੰਦਾ ਕਿ ਵੀ ਕਿੱਦਾਂ ਇਸ ਸਮਾਜਿਕ ਇਹ ਜਿਹੜਾ ਰੂੜੀਵਾਦੀ ਸਮਾਜ ਆ, ਕਿੱਦਾਂ ਭਾਰਤ ਦੇ ਜਿਹੜੇ ਬਹੁਜਨ ਲੋਕ ਆ, ਜੋ ਕਿ ਬਹੁ ਗਿਣਤੀ ਦੇ ਲੋਕ ਆ, ਉਹਨਾਂ ਨੂੰ ਦੋਹਰੀ ਗੁਲਾਮੀ ਕਰਨੀ ਪੈ ਰਹੀ ਆ। ਇੱਕ ਤਾਂ ਬ੍ਰਿਟਿਸ਼ ਰਾਜ ਕਰ ਰਿਹਾ ਭਾਰਤ 'ਤੇ, ਤਾਂ ਲੇਕਿਨ ਭਾਰਤੀ ਲੋਕਾਂ 'ਤੇ ਭਾਰਤੀ ਲੋਕ ਜਿਹੜੇ ਆ 15% ਲੋਕ ਜਿਹੜੇ ਕਿ ਮੰਨੂ ਨੇ ਉਹਨਾਂ ਨੂੰ ਵੰਡਿਆ 4 ਜਾਤਾਂ ਦੇ, ਜੋ 4 ਵਰਨਾਂ ਦੇ ਵਿੱਚ, ਤੇ ਉਹ 3 ਵਰਨ ਜਿਹੜੇ 15% ਜਿਹੜੇ ਆ ਉਹ 85% ਤੇ ਇੰਨੇ ਜ਼ੁਲਮ ਢਾ ਰਹੇ ਆ। ਤਾਂ ਇੱਥੇ ਫਿਰ ਬਾਬਾ ਸਾਹਿਬ ਦੇ ਜਿਹੜੇ ਉਹਨਾਂ ਦੇ ਵਿਚਾਰਾਂ ਦਾ ਵਿਕਾਸ ਹੁੰਦਾ। ਉਹ ਕਿਹੜੇ ਵਿਚਾਰ ਬਾਬਾ ਸਾਹਿਬ ਦੇ ਮੇਨ ਆਏ ਜਿਨ੍ਹਾਂ ਨੂੰ ਲੈ ਕੇ ਬਾਬਾ ਸਾਹਿਬ ਇੱਕ ਆਦਰਸ਼ ਸਮਾਜ ਦੀ ਰਚਨਾ ਕਰਨਾ ਚਾਹੁੰਦੇ ਸੀ? ਹਾਂ, ਇਹ ਆਪਣੇ ਵਿਰਦੀ ਸਾਹਿਬ ਇਹ ਜਿਹੜੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਆਪਾਂ ਇਹ 3 ਕੜੀਆਂ ਦੇ ਵਿੱਚ ਆਪਾਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹਾਂ। ਜੀ, ਸਭ ਤੋਂ ਪਹਿਲਾ ਜਿਹੜਾ ਆ ਉਹਨਾਂ ਦੇ ਵਿੱਚ ਜਿਹੜਾ, ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਜਿਹੜਾ ਜਨਮ ਆ ਉਹ ਇਹੋ ਜਿਹੀਆਂ ਧਾਰਮਿਕ ਤੇ ਸਮਾਜਿਕ ਹਾਲਾਤਾਂ ਦੇ ਵਿੱਚ ਪੈਦਾ ਹੋਇਆ, ਤੇ ਉਹਨਾਂ ਦੇ ਵਿੱਚ ਪਹਿਲਾ ਵਿਚਾਰ ਫਿਰ ਜਿਹੜਾ ਆਇਆ ਕਿ ਸਮਾਜਿਕ ਸੁਧਾਰ ਦਾ ਵਿਚਾਰ, ਸਮਾਜਿਕ। ਅੱਛਾ, ਤਾਂ ਉਹਦੇ ਨਾਲ ਫਿਰ ਸਮਾਜਿਕ ਸੁਧਾਰ ਦੇ ਨਾਲ ਫਿਰ ਉਹਨਾਂ ਦੇ ਵਿੱਚ ਰਾਜਨੀਤਿਕ ਚੇਤਨਾ ਆਈ, ਜਿਹੜੀ ਕਿ ਤੁਸੀਂ ਪਿਛਲੇ ਸੰਡੇ ਤੁਹਾਡਾ ਪ੍ਰੋਗਰਾਮ ਮੈਂ ਦੇਖਿਆ, ਅਸੀਂ ਹਾਂ ਪੋਲੀਟੀਕਲ ਫਿਲਾਸਫੀ ਤੇ ਉਹਨਾਂ ਦੀ ਗੱਲ ਕੀਤੀ। ਤੇ ਉਹਨਾਂ ਨੇ ਉੱਥੇ ਬਾਬਾ ਸਾਹਿਬ ਦੀ ਰਾਜਨੀਤਿਕ ਚੇਤਨਾ ਜਿਹੜੀ ਆ ਉਹ ਅੱਜ ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਹੈ ਕਿ ਉਹ ਜਿਹੜੀ ਰਾਜਨੀਤਿਕ ਚੇਤਨਾ ਆ ਸਾਡੇ ਸਮਾਜ ਵਿੱਚ ਜੇ ਆ ਜਾਵੇ ਤੇ ਉਹ ਸਮਝਣ, ਤੇ ਅੱਜ ਸਾਡਾ ਪੂਰੇ ਦਾ ਪੂਰਾ ਭਾਰਤ ਜਿਹੜਾ ਆ ਉਹ ਜਿੱਦਾਂ ਆਪਾਂ ਬਹੁਜਨ ਹਿਤਾਏ ਬਹੁਜਨ ਸਿਖਾਏ ਦੀ ਗੱਲ ਕਰਦੇ, ਹਰ ਇੱਕ ਜਿਹੜਾ ਆ ਬਰਾਬਰਤਾ, ਭਾਈਚਾਰਾ, ਨਿਆਂ ਤੇ ਆਜ਼ਾਦੀ ਹਰ ਇੱਕ ਨੂੰ ਮਿਲ ਸਕਦੀ ਹੈ। ਇਹ ਰਾਜਨੀਤਿਕ ਚੇਤਨਾ ਬਾਬਾ ਸਾਹਿਬ ਦੇ ਵਿੱਚ ਇਹ ਸੈਕੰਡ ਵਨ ਆ। ਤੇ ਥਰਡ ਵਨ ਫਿਰ ਜਿਹੜੀ ਆ ਕਿ ਉਹ ਉਹਨਾਂ ਦੇ ਵਿੱਚ ਫਿਰ ਇੱਕ ਧਾਰਮਿਕ ਵਿਚਾਰ, ਜਿਹੜੇ ਧਾਰਮਿਕ ਸੁਧਾਰ ਮੈਂ ਉਹਨੂੰ ਕਹੂੰਗਾ, ਇਹ 3 ਤਰ੍ਹਾਂ ਦੇ ਵਿਚਾਰ ਫਿਰ ਇਹਨਾਂ ਨੂੰ ਆਪਾਂ 3 ਕੜੀਆਂ ਦੇ ਵਿੱਚ, ਜਿਸ ਸਮਾਜ ਦੀ ਉਹਨਾਂ ਨੇ ਸੋਚ ਬਣਾਈ ਸੀ ਉਹਦੇ ਵਿੱਚ 3 ਹੀ ਚੀਜ਼ਾਂ ਉਹਨਾਂ ਨੇ ਇਨਕਲੂਡ ਕੀਤੀਆਂ। ਸਮਾਜਿਕ ਨਿਆਂ ਵੀ ਹੋਵੇ, ਰਾਜਨੀਤਿਕ ਤਾਕਤ ਵੀ ਹੋਵੇ, ਉਹਨਾਂ ਦੀ ਪਾਵਰ ਹੋਵੇ, ਔਰ ਧੰਮ ਦੀ ਵੀ ਉਹਦੇ ਵਿੱਚ ਵਿਸ਼ੇਸ਼। ਹਾਲਾਂਕਿ ਜਦੋਂ ਸ਼ੁਰੂ ਵਿੱਚ ਆਪਾਂ ਦੇਖਿਆ ਜੋ ਸੋਸ਼ਲਿਸਟਿਕ ਸੁਸਾਇਟੀ ਸੀ ਉਹਦੇ ਵਿੱਚ ਧੰਮ ਦੇ ਕੋਈ ਰਿਲੀਜਨ ਦਾ ਕੋਈ ਸਪੇਸ ਨਹੀਂ, ਪਰ ਬਾਬਾ ਸਾਹਿਬ ਨੇ ਇੱਥੇ ਆਪਣੇ ਸਮਾਜ ਦੇ ਵਿੱਚ ਧੰਮ ਨੂੰ ਵੀ ਪ੍ਰਮੁੱਖਤਾ ਦਿੱਤੀ ਹੈਗੀ। 3 ਆਸਪੈਕਟ ਤੇ ਇਹਨਾਂ ਨੂੰ ਤੁਸੀਂ ਥੋੜ੍ਹਾ ਐਕਸਪਲੇਨ ਕਰੋਗੇ ਵੀ ਸਮਾਜਿਕ ਔਰ ਪੋਲੀਟੀਕਲ ਔਰ ਰਿਲੀਜੀਅਸ ਜਿਹੜੇ ਹੈਗੇ ਆਸਪੈਕਟ ਕਿੱਦਾਂ ਉਹਨਾਂ ਨੇ ਐਡ ਕੀਤੇ? ਇਹ ਵਿਰਦੀ ਸਾਹਿਬ ਜਿੱਦਾਂ ਮੈਂ ਕਿਹਾ ਕਿ ਬਾਬਾ ਸਾਹਿਬ ਦੀ ਜੋ ਸੋਸ਼ਲ ਫਿਲਾਸਫੀ ਜਿਹੜੀ ਆ ਉਹ ਮਤਲਬ 1 ਘੰਟੇ ਦੇ ਵਿੱਚ ਆਪਾਂ ਉਹਨੂੰ ਬਿਆਨ ਤਾਂ ਨਹੀਂ ਕਰ ਸਕਦੇ, ਇੱਕ ਦਿਨ 'ਚ ਵੀ ਨਹੀਂ ਕਰ ਤੇ ਸਕਦੇ, ਮਤਲਬ 1 ਦਿਨ 'ਚ ਇਹਨੂੰ ਤੁਸੀਂ ਪੜ੍ਹੋਗੇ। ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਇਹ ਜਿਹੜੀ ਡਾਕਟਰ DR ਜਾਟਵ ਦੇ ਬਾਬਾ ਸਾਹਿਬ ਦਾ ਸਮਾਜ ਦਰਸ਼ਨ ਕੀ ਆ ਉਹ ਜ਼ਰੂਰ ਪੜ੍ਹਨੀ ਚਾਹੀਦੀ। ਉਹਦੇ 'ਚ ਬੜੀਆ ਮਤਲਬ ਤੁਹਾਨੂੰ ਇੰਨੇ ਸੋਹਣੇ ਵਿਚਾਰ ਮਿਲਦੇ ਆ
ਕਿ ਇਹ ਮੰਨ ਲਓ ਸਾਡੇ ਬਹੁਜਨ ਸਮਾਜ ਨੂੰ ਇਹਨਾਂ ਵਿਚਾਰਾਂ ਦੀ ਜ਼ਰੂਰਤ ਆ। ਅਗਰ ਇਹ ਵਿਚਾਰ ਜਿਹੜੇ ਆ ਪੜ੍ਹ ਕੇ ਅਸੀਂ ਆਪਣੇ ਬਹੁਜਨ ਸਮਾਜ ਨੂੰ ਦੱਸਾਂਗੇ ਤੇ ਸਾਡੇ ਜਿਹੜੇ ਬਹੁਜਨ ਸਮਾਜ ਆ ਉਹਨਾਂ ਦਾ ਇੱਕ ਸਮਾਜਿਕ ਪਰਿਵਰਤਨ ਹੋ ਸਕਦਾ। ਤੇ ਸਮਾਜਿਕ ਪਰਿਵਰਤਨ ਹੋ ਗਿਆ ਤਾਂ ਫਿਰ ਉਹਦੇ ਵਿੱਚ ਆਰਥਿਕ, ਰਾਜਨੀਤਿਕ ਤੇ ਧਾਰਮਿਕ ਪਰਿਵਰਤਨ ਵੀ ਆ ਸਕਦੇ ਆ ਤੇ ਇਹਦੇ ਨਾਲ ਇੱਕ ਵਿਵਸਥਾ ਬਣ ਸਕਦੀ ਆ। ਉਹ ਵਿਵਸਥਾ ਜਿਹੜੀ ਆ ਉਹ ਫਿਰ ਵਿਵਸਥਾ ਜਿਹੜੀ ਬਣ ਜਾਊਗੀ ਤਾਂ ਉਹ ਫਿਰ ਬਹੁਜਨ ਸਮਾਜ ਦਾ ਜੋ ਦੁੱਖਾਂ ਦੇ ਵਿੱਚ ਹੈ ਉਹਦੇ ਕਲਿਆਣ ਦਾ ਜਿਹੜਾ ਰਸਤਾ ਜਿਹੜਾ ਆ ਸਾਨੂੰ ਮਿਲ ਜਾਂਦਾ। ਇਹ ਜ਼ਰੂਰ ਕਿਤਾਬ ਮੈਂ ਜ਼ਰੂਰ ਸਾਰਿਆਂ ਨੂੰ ਕਹੂੰਗਾ ਕਿ ਡਾਕਟਰ D.R. ਜਾਟਵ ਦੀ ਸੋਸ਼ਲ ਫਿਲਾਸਫੀ ਆਫ ਡਾਕਟਰ ਅੰਬੇਡਕਰ। ਇੱਦਾਂ ਇਹਨਾਂ ਦੀ ਦੂਸਰੀ ਕਿਤਾਬ ਵੀ ਇੱਕ ਹੈਗੀ ਜਾਟਵ ਸਾਹਿਬ ਦੀ ਨੈਤਿਕ ਦਰਸ਼ਨ, ਬਾਬਾ ਸਾਹਿਬ ਨੈਤਿਕ ਦਰਸ਼ਨ, ਉਹ ਵੀ ਇਹਨਾਂ ਦੀ ਲਿਖੀ ਹੈਗੀ ਹੈ। ਇੱਥੇ ਹੁਣ ਆਪਾਂ ਉਹਨਾਂ ਨੂੰ 3 ਕੜੀਆਂ ਦੇ ਵਿੱਚ ਵੰਡ ਰਹੇ ਹਾਂ ਉਹਨਾਂ ਦੇ ਵਿਚਾਰਾਂ ਨੂੰ, ਸਮਾਜਿਕ, ਰਾਜਨੀਤਿਕ ਤੇ ਧਾਰਮਿਕ। ਹੁਣ ਸਮਾਜਿਕ ਨੂੰ ਆਪਾਂ ਲਈਏ ਤਾਂ ਬਾਬਾ ਸਾਹਿਬ ਦਾ ਜਿੱਦਾਂ ਆਪਾਂ ਮੈਂ ਹੁਣੇ ਦੱਸਿਆ ਕਿ ਵੀ ਉਹਨਾਂ ਦਾ ਜਨਮ ਹਿੰਦੂ ਸਮਾਜ ਦੇ ਵਿੱਚ ਹੋਇਆ ਜੀ, ਇਸ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੂਰਾ ਗਿਆਨ ਸੀ ਜੀ, ਕਿ ਇਸ ਵਿੱਚ ਕਿਹੜੀਆਂ ਬੁਰਾਈਆਂ। ਠੀਕ, ਉਹਨਾਂ ਨੇ ਸਾਰੇ ਬੁਰਾਈਆਂ ਨੂੰ ਦੇਖਿਆ, ਉਹ ਦੇਖਿਆ ਹੀ ਨਹੀਂ, ਆਪਣੇ ਹੰਡਾਇਆ ਪਿੰਡੇ ਤੇ ਹੰਡਾਇਆ ਕਰਕੇ ਤੇ ਤਾਂ ਫਿਰ ਉਹਨਾਂ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਜੀਵਨ ਇੱਕ ਕ੍ਰਾਂਤੀਕਾਰੀ ਸੁਧਾਰਕ ਦੇ ਰੂਪ ਵਿੱਚ ਸ਼ੁਰੂ ਕੀਤਾ। ਉਹ ਕਿਸ ਤਰ੍ਹਾਂ? ਮਤਲਬ ਜਦੋਂ ਸਿੱਖਿਆ ਜਦੋਂ ਪੜ੍ਹ ਲਿਖ ਕੇ ਤਾਂ ਉਹਨਾਂ ਨੇ ਫਿਰ ਉਹ ਜਿਹੜਾ ਆਪਣਾ ਜਿਹੜਾ ਸਮਾਜ, ਜਿਹੜਾ ਸਾਡਾ ਸਮਾਜਿਕ ਜਿਹੜੀ ਵਿਵਸਥਾ ਸੀ ਭਾਰਤ ਦੀ, ਉਹਨੂੰ ਕੋਸ਼ਿਸ਼ਾਂ ਬੜੇ ਤਰੀਕਿਆਂ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਮਾਜ ਸੁਧਰ ਜਾ ਸਕੇ। ਜੀ, ਤਾਂ ਲੇਕਿਨ ਕੀ ਹੁੰਦਾ ਕਿ ਜਿਹੜਾ ਇੱਥੇ ਉਹਨਾਂ ਨੂੰ ਜਦੋਂ ਇਸ ਰੂਪ ਦੇ ਵਿੱਚ ਉਹਨਾਂ ਨੂੰ ਇੱਥੇ ਇੱਕ ਮੈਂ ਜ਼ਰੂਰ ਗੱਲ ਕਹਾਂਗਾ ਕਿ ਉਹਨਾਂ ਨੂੰ ਇੱਥੇ ਹਿੰਦੂ ਪ੍ਰੋਟੈਸਟੈਂਟ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਬਗਾਵਤ ਕਰ ਦਿੱਤੀ ਵੀ ਇਹ ਜਿਹੜਾ ਸਿਸਟਮ ਆ ਮੈਂ ਇਹਦੇ ਨਾਲ ਸਿਸਟਮ ਤੋਂ ਤੁਹਾਡਾ ਭਾਵ ਹੈ ਜੋ ਜਾਤ ਪਾਤ ਦਾ ਸਿਸਟਮ, ਛੂਆ ਸਾਧ ਦਾ, ਹਾਂ, ਇਹਨੂੰ ਖਤਮ ਕਰਨਾ ਚਾਹੁੰਦੇ ਸੀ। ਤਾਂ ਤੇ ਉਹਦੇ ਨਾਲ ਫਿਰ ਮੈਂ ਹੁਣ ਇੱਥੇ ਗੱਲ ਕਰਦਾ ਕਿ ਉਹ ਹਿੰਦੂ ਧਰਮ ਦੇ ਖਿਲਾਫ ਨਹੀਂ ਸੀਗੇ ਬਾਬਾ ਸਾਹਿਬ, ਉਹ ਸਿਰਫ ਉਹਨੂੰ ਸੁਧਾਰਨਾ ਚਾਹੁੰਦੇ ਸੀ। ਠੀਕ, ਤਾਂ ਉਹਨਾਂ ਨੇ ਫਿਰ ਜਿੰਨੇ ਵੀ ਬੁਰਾਈਆਂ ਨੂੰ ਦੂਰ ਕਰਨਾ ਚਾਹੁੰਦੇ ਸੀ ਤੇ ਬ੍ਰਾਹਮਣਾਂ ਦੇ ਜਿੰਨੇ ਵੀ ਸਾਰੇ ਧਰਮ ਗ੍ਰੰਥ ਹੈ ਉਹਨਾਂ ਨੇ ਅਧਿਐਨ ਕੀਤਾ ਜੀ, ਤੇ ਉਹਨਾਂ ਨੂੰ ਹਿੰਦੂ ਸਮਾਜ ਵਿੱਚ ਜਾਤੀਵਾਦ, ਛੂਆ-ਛਾਤ ਬਿਮਾਰੀ ਫੈਲੀ ਹੋਈ ਦਿਸੀ। ਉਹਨਾਂ ਦੇਖਿਆ ਕਿ ਇਹਦੇ ਵਿੱਚ ਛੂਆ-ਛਾਤ, ਜਾਤਵਾਦ ਹੋਇਆ ਹੈ ਤੇ ਉਹਦੇ ਫਿਰ ਉਹਨਾਂ ਨੂੰ ਇਹ ਸਿਸਟਮ ਜਿਹੜਾ ਆ ਉਹ ਚੰਗਾ ਨਹੀਂ ਲੱਗਾ ਕਰਕੇ ਜਿਹਦੇ ਵਿੱਚ ਅਧਿਕਾਰ ਹੀ ਨਹੀਂ ਹੈਗੇ। ਤਾਂ ਉਹਨਾਂ ਨੇ ਫਿਰ ਕੀ ਹੋਇਆ ਕਿ ਉਹਨਾਂ ਦਾ ਜਿਹੜਾ ਅਣਮਨੁੱਖੀ ਬੁਰਾਈਆਂ ਸੀ, ਡਾਕਟਰ ਅੰਬੇਡਕਰ ਨੇ ਉਹਨਾਂ ਦਾ ਵਿਰੋਧ ਕੀਤਾ ਪੂਰੀ ਤਰ੍ਹਾਂ ਤੇ ਉਹਨਾਂ ਦੇ ਹਿਰਦੇ ਵਿੱਚ ਘੇਰਨਾ ਨਹੀਂ ਸੀ ਜਿੱਦਾਂ ਮੈਂ ਦੱਸਿਆ, ਤੇ ਉਹ ਇੱਕ ਸਮਾਜ ਸੁਧਾਰ ਚਾਹੁੰਦੇ ਸੀ। ਡਾਕਟਰ ਅੰਬੇਡਕਰ ਜੀ ਦੇ ਮੌਲਿਕ ਅਧਿਕਾਰ ਜਿਹੜੇ ਉਹ ਕਹਿੰਦੇ ਸੀ ਵੀ ਇਸ ਸੁਧਾਰਵਾਦੀ ਨਜ਼ਰੀਏ ਦੇ ਨਾਲ ਪੇਸ਼ ਕਰਦੇ ਆ ਡਾਕਟਰ ਬਾਬਾ ਸਾਹਿਬ, ਤੇ ਉਹ ਸਮਾਜਿਕ ਆਜ਼ਾਦੀ ਤੇ ਲੋਕਤੰਤਰ ਨੂੰ ਉਹਨਾਂ ਨੇ ਮਹੱਤਤਾ ਦਿੱਤੀ। ਉਹਨਾਂ ਮੁਤਾਬਕ ਕਿ ਸਮਾਜਿਕ ਏਕਤਾ ਅਤੇ ਬਰਾਬਰਤਾ ਤੋਂ ਬਗੈਰ ਰਾਜਨੀਤਿਕ ਆਜ਼ਾਦੀ ਦੀ ਕੋਈ ਮਹੱਤਤਾ ਨਹੀਂ, ਕਿਉਂਕਿ ਫੇਰ ਰਿਪੀਟ ਕਰੋਗੇ ਇਹਨੂੰ? ਸਮਾਜਿਕ ਏਕਤਾ ਅਤੇ ਬਰਾਬਰਤਾ ਤੋਂ ਜੀ ਬਗੈਰ ਜਿਹੜੀ ਰਾਜਨੀਤਿਕ ਆਜ਼ਾਦੀ ਆ ਉਹਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਆਪਣੇ ਜੋ ਸੋ ਕੋਲ ਬ੍ਰਾਹਮਣਵਾਦ ਜਾਂ ਹਿੰਦੂ ਸਮਾਜ ਨੂੰ ਸਲਾਹ ਦਿੱਤੀ ਕਿ ਪਹਿਲਾਂ ਮੌਲਿਕ ਸੁਧਾਰ ਹੋਣਾ ਚਾਹੀਦਾ, ਜਿਸ ਤੋਂ ਬਿਨਾਂ ਆਜ਼ਾਦੀ ਅਤੇ ਭਾਈਚਾਰੇ ਦੇ ਵਿਚਾਰਾਂ ਦਾ ਕੋਈ ਫਾਇਦਾ ਨਹੀਂ। ਐਵੇਂ ਗੱਲਾਂ ਕਰੀ ਜਾਣੀਆਂ ਤੇ ਉਹਨਾਂ ਦਾ ਇਹ ਵਿਚਾਰ ਸਨ। ਤੇ ਬਾਬਾ ਸਾਹਿਬ ਨੇ ਸਮਾਜਿਕ ਸੁਧਾਰ ਨੂੰ ਪਹਿਲ ਦਿੱਤੀ ਤੇ ਉਹਨਾਂ ਦੇ ਮੁਤਾਬਕ ਪਹਿਲਾਂ ਸਮਾਜਿਕ ਆਜ਼ਾਦੀ, ਫਿਰ ਰਾਜਨੀਤਿਕ ਆਜ਼ਾਦੀ, ਫਿਰ ਹੀ ਸੰਭਵ ਹੋ ਸਕਦੀ। ਕੀ ਸੁਮਨ ਜੀ ਬਾਬਾ ਸਾਹਿਬ ਜੋ ਸਮਾਜਿਕ ਸੁਧਾਰਾਂ ਵਿੱਚ ਕਾਮਯਾਬ ਹੋ ਸਕੇ? ਹਾਂ, ਉੱਥੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਕੁਛ ਹੱਦ ਤੱਕ ਹੋਏ ਵੀ ਬਹੁਤ ਕੀਤੀ ਤਾਂ, ਲੇਕਿਨ ਉੱਥੇ ਉਹਨਾਂ ਨੂੰ ਮਤਲਬ ਕਿਉਂਕਿ ਸੋ ਕੋਲ ਧਰਮ ਦੇ ਠੇਕੇਦਾਰ ਰੂੜੀਵਾਦੀ ਸਮਾਜ ਆ, ਉਹਨਾਂ ਦਾ ਬੜਾ ਵਿਰੋਧ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਲੇਕਿਨ ਪੂਰੀ ਕਾਮਯਾਬ ਨਹੀਂ। ਮੈਨੂੰ ਇੱਥੇ ਉਹਨਾਂ ਦੀ ਇੱਕ ਉਹ ਬਹੁਤ ਸੋਹਣੀ ਗੱਲ ਮੈਨੂੰ ਲੱਗਦੀ ਹੈ ਕਿ ਜਦੋਂ ਉਹ ਕਹਿੰਦੇ ਆ ਕਿ ਵੀ ਮੈਨੂੰ ਜਿਹੜੀ ਮੈਂ ਆਜ਼ਾਦੀ ਦਾ ਵਿਰੋਧੀ ਨਹੀਂ ਬੇਦੀ ਸਾਹਿਬ, ਬਾਬਾ ਸਾਹਿਬ ਕਿੰਨੇ ਸੋਹਣੇ ਵਿਚਾਰ ਪੇਸ਼ ਕਰਦੇ ਹਨ ਕਿ ਉਹ ਕਹਿੰਦੇ ਕਿ ਆਜ਼ਾਦੀ ਹਾਸਲ ਕਰਨ ਲਈ 2 ਤਾਕਤਾਂ ਦੀ ਜ਼ਰੂਰਤ ਹੈ। ਇੱਕ ਸੈਨਿਕ ਤਾਕਤ ਹੋਣੀ ਚਾਹੀਦੀ ਹੈ, ਇੱਕ ਨੈਤਿਕ ਤਾਕਤ ਜਿਹੜੀ ਆ ਉਹ ਸਮਾਜ ਸੁਧਾਰਾਂ ਤੋਂ ਆਉਣੀ ਹੈ। ਲੇਕਿਨ ਉਸ ਸਮੇਂ ਦੇ ਹਿਸਾਬ ਨਾਲ ਸਾਡੇ ਕੋਲ ਸੈਨਿਕ ਤਾਕਤ ਤਾਂ ਹੈ ਨਹੀਂ ਸੀ। ਬਾਬਾ ਸਾਹਿਬ ਨੇ ਫਿਰ ਕਹਿੰਦੇ ਨੈਤਿਕ ਤਾਕਤ ਤੇ ਜ਼ੋਰ ਦਿੱਤਾ ਕਿ ਨੈਤਿਕ ਤਾਕਤ ਦੇ ਨਾਲ ਸਾਨੂੰ ਜਿਹੜੀ ਆਜ਼ਾਦੀ ਮਿਲ ਸਕਦੀ ਹੈ। ਪਰ ਉਸ ਵੇਲੇ ਨਾ ਤਾਂ ਸਮਾਜ ਕੋਲ ਨੈਤਿਕ ਆਜ਼ਾਦੀ ਸੀ
ਤੇ ਨਾ ਸੈਨਿਕ ਨਾ ਆਜ਼ਾਦੀ। ਸੈਨਿਕ ਆਜ਼ਾਦੀ ਤਾਂ ਬਿਲਕੁਲ ਹੀ ਨਹੀਂ ਸੀ। ਇਸ ਕਰਕੇ ਉਹ ਚਾਹੁੰਦੇ ਸੀ ਕਿ ਅਗਰ ਅੰਗਰੇਜ਼ਾਂ ਤੋਂ ਆਜ਼ਾਦ ਹੋਣਾ ਆ ਤੇ ਸਾਨੂੰ ਮਤਲਬ ਇਹ ਜਿਹੜੀ ਨੈਤਿਕ ਜਿਹੜੀ ਆ ਨੈਤਿਕਤਾ ਨੂੰ ਵਰਤਣਾ ਚਾਹੀਦਾ, ਸਮਾਜ ਸੁਧਾਰ ਲਿਆਉਣੇ ਚਾਹੀਦੇ, ਲੇਕਿਨ ਉਹਦੇ ਵਿੱਚ ਉਹਨਾਂ ਦੀ ਉੱਥੇ ਪੇਸ਼ ਨਹੀਂ ਜਾਣ ਦਿੱਤੀ। ਜਿਹੜਾ ਦੂਸਰਾ ਤੁਸੀਂ ਦੱਸਿਆ ਪੋਲੀਟੀਕਲ ਰਾਜਨੀਤਿਕ, ਉਹ ਕੀ ਉਹਨਾਂ ਦਾ ਵਿਚਾਰ ਸੀ? ਹੁਣ ਰਾਜਨੀਤਿਕ ਤੇ ਆ ਜਾਂਦੇ ਆ। ਰਾਜਨੀਤਿਕ ਤੇ ਜਿਹੜੀ ਆ ਉੱਥੇ ਫਿਰ ਬਾਬਾ ਸਾਹਿਬ ਦਾ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਜਦੋਂ ਆਪਣੀ ਸਟੱਡੀ ਕਰਕੇ ਤਾਂ ਉਹਨਾਂ ਨੇ ਪੱਛੇ ਵਰਗਾਂ ਨੂੰ ਇਹ ਵੀ ਨਾਲ ਕਿਹਾ ਕਿ ਅਧਿਆਤਮਕਵਾਦ ਨੂੰ ਛੱਡ ਦਿਓ ਤੇ ਤੁਸੀਂ ਇੱਦਾਂ ਕਰੋ, ਰਾਜਨੀਤਿਕ ਵੱਲ ਨੂੰ ਵਧੋ, ਠੀਕ ਹੈ, ਕਿ ਜਿੰਨੀ ਤੁਹਾਨੂੰ ਰਾਜਨੀਤਿਕ ਪਾਵਰ ਮਿਲਦੀ ਆ ਉਹਦਾ ਸਹੀ ਪ੍ਰਯੋਗ ਕਰਕੇ ਤੇ ਆਪਣਾ ਕਲਿਆਣ ਕਰੋ, ਆਰਥਿਕ ਕਲਿਆਣ ਕਰੋ। ਤੇ ਉਹਦੇ ਵਿੱਚ ਤੁਸੀਂ ਦੇਖਦੇ ਆ ਕਿ ਜਦੋਂ ਉਹਨਾਂ ਨੇ 1917 ਵਿੱਚ ਲੋਰਡ ਮਾਉਂਟੇਗੂ ਨੂੰ ਮਿਲੇ, ਪਛੜੇ ਵਰਗਾਂ ਨੂੰ ਉਹਨਾਂ ਦੀ ਨੁਮਾਇੰਦਗੀ ਕੀਤੀ। 1919 ਵਿੱਚ ਸਾਊਥਵੋਰ ਕਮੇਟੀ ਅੱਗੇ ਪਛੜੇ ਵਰਗਾਂ ਤੇ ਅਛੂਤਾਂ ਵਾਸਤੇ ਆਬਾਦੀ ਦੇ ਹਿਸਾਬ ਨਾਲ ਉਹਨਾਂ ਨੂੰ ਮਤਲਬ ਉਹਨਾਂ ਦੇ ਅਧਿਕਾਰ ਮਿਲਣੇ ਚਾਹੀਦੇ ਆ। ਇੱਥੋਂ ਤੱਕ ਕਿ ਉਹਨਾਂ ਨੇ ਸੈਪਰੇਟ ਸੈਟਲਮੈਂਟ ਵੀ ਕਹਿੰਦੇ ਵੀ ਤੁਹਾਨੂੰ ਚਾਹੀਏ ਲੱਗੇ ਸਾਨੂੰ ਸੈਪਰੇਟ ਸੈਟਲਮੈਂਟ ਦੇ ਦਿਓ ਜੀ। ਤੇ ਇਸ ਤਰ੍ਹਾਂ ਪਰ ਲੇਕਿਨ ਉਹ ਗੱਲ ਸਿਰੇ ਨਹੀਂ ਚੜੀ, ਕਿਉਂਕਿ ਉਸ ਵੇਲੇ ਰੂੜੀਵਾਦੀ ਸਮਾਜ ਜਿਹੜਾ ਸੀ ਉਹ ਉਸ ਟਾਈਮ ਦੇ ਜਿਹੜੇ ਨੇਤਾ ਸੀ ਬਾਬਾ ਸਾਹਿਬ ਦੇ ਵਿਰੋਧੀ ਸੀ। ਤਾਂ ਹੁਣ 1928 ਦੇ ਵਿੱਚ ਸਾਈਮਨ ਕਮਿਸ਼ਨ ਜੀ ਹੁਣੇ ਆਉਂਦੇ ਆ, ਉਹਨਾਂ ਤੇ ਵੀ ਉਹਨਾਂ ਨੇ ਜ਼ੋਰ ਪਾਇਆ ਕਿ ਵੀ ਮੇਰਾ ਸਮਾਜ ਜਿਹੜਾ ਆ ਉਹ ਪਛੜਿਆ ਸਮਾਜ ਆ, ਵੀ ਉਹਨਾਂ ਦੇ ਪੋਲੀਟੀਕਲ ਸੇਫਗਾਰਡ ਹੋਣੇ ਚਾਹੀਦੇ। ਅੰਗਰੇਜ਼ਾਂ ਦੇ ਟਾਈਮ ਤੇ ਉਹਨਾਂ ਨੇ ਪੋਲੀਟੀਕਲ ਜੋ ਪਾਵਰ ਸੀ, ਸਹੂਲਤਾਂ ਲੈ ਕੇ ਦੇਣ ਦੀ ਕੋਸ਼ਿਸ਼ ਕੀਤੀ। ਤੇ ਆਜ਼ਾਦ ਭਾਰਤ ਤੋਂ ਬਾਅਦ ਵੀ ਉਹਨਾਂ ਨੇ ਕੋਈ ਪੋਲੀਟੀਕਲੀ ਜੋ ਸੰਘਰਸ਼ ਕੀਤਾ ਗਿਆ, ਉਹਦੇ ਵਿੱਚ ਮੈਂ ਉੱਥੇ ਆ ਰਿਹਾ 1931-32 ਦੀਆਂ ਕਾਨਫਰੰਸਾਂ ਜਿਹੜੀਆਂ ਗੋਲਮੇਜ਼ ਕਾਨਫਰੰਸ, ਉੱਥੋਂ ਫਿਰ ਉਹਨੂੰ ਬਾਬਾ ਸਾਹਿਬ ਨੂੰ ਇੱਕ ਆਸ ਮਿਲੀ ਤੇ ਜਿਹੜੀ ਕਿ ਆਪਾਂ ਨੂੰ ਜਦੋਂ ਕਮਿਊਨਲ ਵਾਰਡ ਦੀ ਗੱਲ ਕਰਦੇ ਆ ਕਿ ਸੈਪਰੇਟ ਇਲੈਕਟੋਰਲ ਵੱਖਰੀ ਚੋਣ ਪ੍ਰਣਾਲੀ, ਲੇਕਿਨ ਉੱਥੇ ਫਿਰ ਸਾਡੇ ਮਤਲਬ ਜਿਹੜੇ ਹਿੰਦੂਆਂ ਦੇ ਦਿਲ ਜਿਹੜੇ ਉਹ ਨਹੀਂ ਬਦਲੇ। ਗਾਂਧੀ ਵਰਗਿਆਂ ਨੇ ਉਹਦੀ ਮੁਖਾਲਫਤ ਕੀਤੀ, ਮਰਨ ਵਰਤ ਰੱਖ ਲਿਆ। ਤੇ ਇਸ ਤਰ੍ਹਾਂ ਫਿਰ ਉਹਦੇ 'ਚ ਆਪਾਂ ਰਿਜ਼ਰਵ ਸੀਟਾਂ ਤਾਂ ਜ਼ਰੂਰ ਮਿਲੀਆਂ, ਮਤਲਬ ਭਾਰਤ ਦੇ ਸਮਾਜ ਦੇ ਸਦੀਆਂ ਤੋਂ ਲਤਾੜੇ ਲੋਕ ਜਿਹੜੇ ਆ ਉਹਨਾਂ ਦੀ ਗਿਣਤੀ ਤਾਂ ਜ਼ਰੂਰ ਸ਼ੁਰੂ ਹੋ ਗਈ, ਲੇਕਿਨ ਗਾਂਧੀ ਵਰਗਿਆਂ ਨੇ ਵਰਤ ਰੱਖ ਕੇ ਉਹ ਜਿਹੜਾ ਸਾਨੂੰ ਮਿਲਿਆ ਸੀਗਾ ਉਹਦੇ ਨਾਲ ਰਿਜ਼ਰਵ ਸੀਟਾਂ ਮਿਲੀਆਂ। ਲੇਕਿਨ ਉਹ ਜਿਹੜਾ 1935 ਦੇ ਵਿੱਚ 32 ਦੇ ਵਿੱਚ ਜਿਹੜਾ ਪੂਨਾ ਪੈਕਟ ਮਿਲਿਆ ਤਾਂ ਉਹ ਵੀ ਸਾਨੂੰ ਮਤਲਬ ਪੂਰਾ ਨਹੀਂ ਦਿੱਤਾ ਗਿਆ। ਤੇ ਇਸ ਕਰਕੇ 1935 ਦੇ ਵਿੱਚ ਬਾਬਾ ਸਾਹਿਬ ਨੇ ਫਿਰ ਇੱਕ ਕਿਹਾ ਸੀ ਵੀ ਇਹ ਜਿਹੜਾ ਸਮਾਜ ਆ ਇਹਨਾਂ ਦੇ ਹਜੇ ਵੀ ਦਿਲ ਨਹੀਂ ਬਦਲੇ। ਤਾਂ ਉੱਥੇ ਫਿਰ ਉਹਨਾਂ ਨੇ ਇੱਕ ਪ੍ਰਣ ਕੀਤਾ ਸੀ ਕਿ ਮੈਂ ਹਿੰਦੂ ਜੰਮਿਆ ਪਰ ਹਿੰਦੂ ਮਰਾਂਗਾ ਨਹੀਂ। ਹਿੰਦੂ ਜੰਮਣਾ ਮੇਰੇ ਵੱਸ ਦੀ ਗੱਲ ਨਹੀਂ ਸੀ, ਲੇਕਿਨ ਮਰਾਂਗਾ ਨਹੀਂ, ਤਾਂ ਇਹ ਮੇਰੇ ਵੱਸ ਦੀ ਗੱਲ ਹੈ। ਜਿਓਲਾ ਕਾਨਫਰੰਸ ਦੇ ਵਿੱਚ 1935 ਦੇ ਵਿੱਚ ਉਹਨਾਂ ਨੇ ਫਿਰ ਇੱਥੋਂ ਬਾਅਦ ਫਿਰ ਉਹਨਾਂ ਦਾ ਧਾਰਮਿਕ ਜਿਹੜੀ ਆ ਉਹ ਸ਼ੁਰੂ ਹੁੰਦੀ ਆ, ਧਾਰਮਿਕ ਸੋਚ ਆਉਂਦੀ ਆ। ਹੁਣ ਧਾਰਮਿਕ ਸੋਚ ਉਹਨਾਂ ਨੇ ਸਾਰੇ ਕੰਮ ਕੀਤੇ, ਬੜੀਆਂ ਸਹੂਲਤਾਂ ਮਿਲੀਆਂ। ਰਾਜਨੀਤਿਕ ਦੇ ਵਿੱਚ ਬਾਬਾ ਸਾਹਿਬ ਬੜੇ ਕਾਮਯਾਬ ਹੋਏ। ਜਿਹੜਾ ਅਗਰ ਸਾਡੇ ਕੋਲ ਕਨਸਟੀਟਿਊਸ਼ਨ ਆਇਆ ਉਹ ਬਾਬਾ ਸਾਹਿਬ ਦੀ ਰਾਜਨੀਤਿਕ ਜਿਹੜਾ ਚੇਤਨਾ ਕਰਕੇ ਸੰਵਿਧਾਨ ਜਿਹੜਾ ਉਹ ਸਾਨੂੰ ਮਿਲਿਆ, ਜਿਹਦੇ ਵਿੱਚ ਸਾਡੇ ਵਾਸਤੇ ਸੇਫਗਾਰਡ ਲਿਖੇ। ਹੁਣ ਇੱਥੇ ਫਿਰ ਉਹਨਾਂ ਨੇ ਸਾਰੇ ਸਮਾਜ ਨੂੰ ਇਕੱਠਾ ਕਰਨ ਸ਼ੁਰੂ ਕਰ ਦਿੱਤਾ ਵੀ ਰਾਜਨੀਤਿਕ ਦੇ ਵਿੱਚ ਵੀ ਸਾਨੂੰ ਕੰਮ ਕਰਨੇ ਨੇ। ਹੁਣ ਇੱਕ ਸਮਾਜਿਕ ਏਕਤਾ ਨੂੰ ਪੈਦਾ ਕਰਨ ਲਈ ਧਰਮ ਜਿਹੜਾ ਆ ਉਹਦੇ ਤੇ ਉਹਨਾਂ ਨੇ ਪਹਿਲਾਂ ਤੋਂ ਹੀ ਬਾਬਾ ਸਾਹਿਬ ਦੇ ਵਿਚਾਰ ਤਾਂ ਪਹਿਲਾਂ ਤੋਂ ਧਾਰਮਿਕ ਸਨ। ਬੁੱਧ ਧਰਮ ਨੂੰ ਤਾਂ ਪਹਿਲਾਂ ਤੋਂ ਹੀ ਮਤਲਬ ਉਹਨਾਂ ਦੇ ਬਚਪਨ ਤੋਂ ਹੀ ਉਹਨਾਂ ਦੇ ਉੱਪਰ ਉਹਨਾਂ ਦਾ ਸੀ ਕਿ ਮੈਨੂੰ ਇਹ ਧਰਮ ਬਹੁਤ ਵਧੀਆ ਲੱਗਦਾ ਕਿ ਜਿਹਦੇ ਵਿੱਚ ਨਿਆਂ, ਬਰਾਬਰਤਾ ਤੇ ਭਾਈਚਾਰਾ, ਗਿਆਨ, ਪ੍ਰਗਿਆ ਦਾ ਕਰੁਣਾ ਆ। ਤਾਂ ਇੱਥੇ ਫਿਰ ਉਹਨਾਂ ਨੇ ਫਿਰ ਆਪਣੇ ਧੰਮ ਬਾਰੇ ਆਪਣੇ ਸਮਾਜ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ। ਫਿਰ ਉੱਥੇ ਇੱਕ ਸੋਲੂਸ਼ਨ ਲੈ ਉਹਨਾਂ ਨੇ ਕਿਹਾ ਵੀ ਧੰਮ ਤੇ ਹੀ ਇਕੱਠੇ ਹੋ ਸਕਦੇ ਹੈਗੇ। ਤੇ ਉਹਨਾਂ ਨੇ ਫਿਰ ਇੱਥੇ ਕਿਹਾ ਕਿ ਧੰਮ ਹੀ ਆ ਕਿ ਜੋ ਸਾਰੇ ਸਮਾਜ ਨੂੰ ਇਕੱਠਾ ਕਰ ਸਕਦਾ, ਜਿਹੜਾ ਕਿ ਨੈਤਿਕਤਾ ਲਿਆ ਸਕਦਾ। ਬਿਲਕੁਲ। ਤਾਂ ਜੇ ਸਮਾਜ ਦੇ ਵਿੱਚ ਨੈਤਿਕਤਾ ਆ ਜਾਊਗੀ ਤਾਂ ਫਿਰ ਨੈਤਿਕਤਾ ਦੇ ਨਾਲ ਤੁਸੀਂ ਸਾਰੇ ਸੰਸਾਰ ਨੂੰ ਜਿੱਤ ਸਕਦੇ ਆ। ਇੱਥੇ ਫਿਰ ਉਹਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕਰਦੇ ਲੋਕਾਂ ਨੂੰ, ਕਈ ਲੋਕ, ਮੈਂ ਇੱਥੇ ਜ਼ਰੂਰ ਭੁਲੇਖਾ ਕਰਨਾ ਚਾਹੁੰਦਾ, ਕਈ ਲੋਕ ਬਾਬਾ ਸਾਹਿਬ ਨੂੰ ਕਹਿੰਦੇ ਆ ਕਿ ਬਾਬਾ ਸਾਹਿਬ ਨੇ ਆਖਰੀ ਦਿਨਾਂ ਦੇ ਵਿੱਚ ਹੀ ਇਹ ਗਲਤ ਆ। ਬਾਬਾ ਸਾਹਿਬ ਨੇ ਆਖਰੀ ਦਿਨਾਂ ਦੇ ਵਿੱਚ ਨਹੀਂ, ਬਾਬਾ ਸਾਹਿਬ ਦਾ ਵਿਚਾਰ ਸੀ ਕਿ ਮੈਂ ਆ ਸਾਰਾ ਭਾਰਤ ਜਿਹੜਾ ਪ੍ਰਬੁੱਧ ਭਾਰਤ ਬਣ ਜਾਵੇ। ਉਹ ਸਮਾਜ ਨੂੰ ਤਿਆਰ ਕਰ ਰਹੇ ਸੀ। ਤੇ ਇਹ ਫਿਰ ਉਹਨਾਂ ਦੇ ਵਿੱਚ ਫਿਰ ਇਹ ਜਿਹੜੀ ਧਰਮਿਕ ਜਿਹੜੀ ਸੁਧਾਰ ਦੀ ਚੇਤਨਾ ਜਿਹੜੀ ਆ ਉਹਨਾਂ ਦੇ ਵਿੱਚ ਜਾਗੀ। ਤੇ 14 ਅਕਤੂਬਰ 1956 ਨੂੰ ਤਾਂ ਇੱਕ ਸੰਸਾਰ ਦੇ ਵਿੱਚ ਹਜੇ ਤੱਕ ਏਡੀ ਵੱਡੀ ਮਿਸਾਲ ਨਹੀਂ ਪੈਦਾ ਹੋਈ। 1 ਮਿਲੀਅਨ ਲੋਕਾਂ ਨੇ
ਮਤਲਬ ਉਹਨਾਂ ਦੇ ਨਾਲ ਧਰਮ ਦੀ ਦੀਕਸ਼ਾ ਲਈ। ਜਿਸ ਤਰ੍ਹਾਂ ਸੁਮਨ ਜੀ ਤੁਸੀਂ ਆ ਸੋਸ਼ਲ ਫਿਲਾਸਫੀ ਦੀ ਗੱਲ ਕੀਤੀ, ਉਹਦੇ ਵਿੱਚ ਧਾਰਮਿਕ ਜੋ ਧੰਮ ਦੀ ਜੋ ਉਹਨਾਂ ਦਾ ਪਹਿਲੂ ਹੈਗਾ, ਵੀ ਇਸ ਪਹਿਲੂ ਤੋਂ ਉਹਨਾਂ ਨੇ ਸੋਸ਼ਲ ਹਾਰਮਨੀ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਵਰਡਸ ਮੈਂ ਦੱਸਣਾ ਚਾਹੂੰਗਾ ਆਪਣੇ ਵਿਊਅਰਸ ਨੂੰ। ਬਾਬਾ ਸਾਹਿਬ ਕਹਿੰਦੇ ਆ, ਮਾਈ ਸੋਸ਼ਲ ਫਿਲਾਸਫੀ ਮੇ ਬੀ ਸੈਡ ਟੂ ਬੀ enshrined in 3 words: liberty, equality, fraternity. My philosophy has roots in religion and not in political science. I have derived them from the teachings of my master Buddha. ਇਹ ਜੋ ਧਾਰਮਿਕ ਉਹਨਾਂ ਦੀ ਸੋਸ਼ਲ ਫਿਲਾਸਫੀ ਹੈਗੀ ਆ, ਉਹਨੂੰ ਆਪਣੇ ਹੁਣ ਮਾਸਟਰ ਉੱਥੇ ਦੇਖੋ ਕਿੰਨਾ ਬੁੱਧਾ ਸੋਹਣਾ ਤੋਂ ਉਹਨਾਂ ਨੇ ਲਈ। ਉਹਨਾਂ ਨੇ ਵਿਚਾਰ ਦੇਖੋ, ਮੈਂ ਆਮ ਵੈਰੀ ਗ੍ਰੇਟਫੁਲ ਟੂ ਡਾਕਟਰ ਜਾਟਵ ਜੀ। ਆਪਣੇ ਇੱਕ ਮਿੰਟ ਹੀ ਰਹਿ ਗਿਆ। ਹਾਂ ਠੀਕ ਹੈ, ਮੈਂ ਇੱਥੇ ਉਹੀ ਲਿਖਣਾ, ਨਿੱਜੀ ਤੇ ਸਮਾਜਿਕ ਤਰੱਕੀ ਵਾਸਤੇ ਧਰਮ ਇੱਕ ਲੋੜੀਂਦਾ ਤੱਤ ਹੈ। ਹਾਂ ਇਹ ਬਿਲਕੁਲ, ਮੇਰੇ ਸਮਾਜ ਨੂੰ ਸਮਝ ਲੈਣਾ ਚਾਹੀਦਾ। ਤੇ ਇਹ ਧਰਮ ਹੀ ਆ ਕਿ ਜਿਹੜਾ ਸਾਰੇ ਜਿਹੜਾ ਦੱਬਿਆ ਕੁਚਲਾ ਵਰਗ ਆ ਉਹਨਾਂ ਨੂੰ ਇਕੱਠੇ ਕਰ ਸਕਦਾ, ਇੱਕ ਇਹੋ ਜਿਹਾ ਨਵਾਂ ਸਮਾਜ ਪੈਦਾ ਕਰ ਸਕਦਾ ਕਿ ਧਾਰਮਿਕ ਏਕਤਾ ਬਣੂਗੀ ਤਾਂ ਸਮਾਜਿਕ ਏਕਤਾ ਬਣੇਗੀ, ਸਮਾਜਿਕ ਏਕਤਾ ਦੇ ਨਾਲ ਨੈਤਿਕ ਤਾਕਤ ਬਣੇਗੀ। ਜਦੋਂ ਨੈਤਿਕ ਤਾਕਤ ਬਣ ਗਈ ਤਾਂ ਫਿਰ ਆਜ਼ਾਦੀ ਜਿਹੜੀ ਆ ਉਹ ਸਾਡੇ ਤੋਂ ਦੂਰ ਨਹੀਂ ਜਾ ਸਕਦੀ। ਬਹੁਤ ਸ਼ੁਕਰੀਆ, ਬਹੁਤ ਸੁਮਨ ਜੀ, ਆਪਨੇ ਡਿਟੇਲ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਦੱਸਿਆ ਬਾਬਾ ਸਾਹਿਬ ਦੀ ਜੋ ਸੋਸ਼ਲ ਫਿਲਾਸਫੀ, ਬਾਬਾ ਸਾਹਿਬ ਕਿੱਦਾਂ ਦਾ ਸਮਾਜ ਦੀ ਸੰਰਚਨਾ ਕਰਨਾ ਚਾਹੁੰਦੇ ਸੀ, ਕਿੱਦਾਂ ਦਾ ਸਮਾਜ ਦੇਖਣਾ ਚਾਹੁੰਦੇ ਸੀ, ਕਿੱਦਾਂ ਦਾ ਭਾਰਤ ਦੇਸ਼ ਦੇਖਣਾ ਚਾਹੁੰਦੇ ਸੀ, ਇਹਦੇ ਬਾਰੇ ਜਿਹਦੇ ਵਿੱਚ ਸਮਾਜਿਕ ਨਿਆਂ ਵੀ ਹੋਵੇ, ਰਾਜਨੀਤਿਕ ਸੱਤਾ ਵੀ ਹੋਵੇ ਔਰ ਧੰਮ ਵੀ ਹੋਵੇ, ਨੈਤਿਕਤਾ ਵੀ ਹੋਵੇ। ਸੋ ਪਿਆਰੇ ਦਰਸ਼ਕੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਸਾਡਾ ਪ੍ਰੋਗਰਾਮ ਦੇਖਿਆ, ਸੁਮਨ ਜੀ ਦੇ ਵਿਚਾਰ ਸੁਣੇ। ਅੱਜ ਦਾ ਬਹੁਤ ਅੱਛਾ ਉਹਨਾਂ ਨੇ ਵਿਆਖਿਆ ਕੀਤੀ ਬਾਬਾ ਸਾਹਿਬ ਦੀ ਸੋਸ਼ਲ ਫਿਲਾਸਫੀ ਬਾਰੇ। ਇਸੇ ਤਰ੍ਹਾਂ ਹੀ ਅਸੀਂ ਉਮੀਦ ਕਰਦੇ ਹਾਂ ਹਰ ਸੰਡੇ ਔਰ ਵੈਂਸਡੇ ਸਾਡਾ ਸਾਥ ਦਿੰਦੇ ਰਹੋਗੇ। ਤਦ ਤੱਕ ਦੇ ਅਗਲੇ ਸੰਡੇ ਬਾਅਦ ਤੱਕ ਲਈ ਆਪ ਸਾਰਿਆਂ ਦਾ ਧੰਨਵਾਦ। ਨਮੋ ਬੁੱਧਾ, ਜੈ ਭੀਮ, ਜੈ ਭਾਰਤ।